ਵਾਹਿਗੁਰੂ। ਗੁਰ ਨਾਨਕ ਪਾਦ ਪੰਕਜ ਬੰਧਨ, ਸਿਮਰੋ ਅੰਗਦ ਦੁਖ ਨੇ। ਗੁਰ ਅਮਰਦਾਸ ਹਿਰਦੈ ਹਿਰਦੈ ਨਿਤ, ਸ਼੍ਰੀ ਗੁਰੂ ਰਾਮਦਾਸ ਗੁਣ। ਗੁਰੂ ਅਰਜਨ ਬਿਗਹ ਨਾਨਕੇ, ਬਿਗਹ ਨਾਨਕੇ। ਹਰ ਗੋਬਿੰਦ ਸ਼ੁਭ ਸੁਮਤਿ ਪਰਖ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਮਹਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰ ਜੀ, ਪਰਮ ਕਿਰ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰੰਬਾਰ ਜਗਦੀਸਾ, ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਦੈਂਤ ਪੁੱਤਰ ਸੁਨ ਗਿਰਾ ਉਚਾਰੀ, ਹਮੇ ਬਤਾਏ ਬਾਤ ਇਹ ਸਾਰੀ। ਅਸ ਤੁਮ ਗਿਆਨ ਕਹਾਂ ਤੇ ਪਾਵਾ, ਸਰਬੇ ਸਾਰ ਅਸਾਰ ਲਖਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਰਾਜਾਨ ਰਾਜ, ਪਾਨਾਨ ਪਾਣ ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਮੁਬਾਰਕ ਸਥਾਨਾਂ ਤੇ ਭਾਵਨਾ ਅਦਬ ਅਕੀਦਤ ਨਾਲ ਨਮਸਕਾਰ ਕਰਕੇ ਜਨਮ ਸਫਲਾ ਰਹੇ ਸਤ ਸੰਗੀ ਜਨੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਪਾਵਨ ਮੁਬਾਰਕ ਜੀਵਨ ਦੀ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਵਾਰਤਾ ਸਰਵਣ ਕਰਨ ਹਿਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਪਾਵਨ ਪਵਿੱਤਰ ਮੁਬਾਰਕ ਸਥਾਨਾਂ ਤੇ ਆਪਾਂ ਜੁੜਦੇ ਹਾਂ। ਸਾਧ ਸੰਗਤ ਜੀਓ, ਅਰਦਾਸ ਦੇ ਅੰਦਰ ਜਿਨ੍ਹਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਪੁੱਠੀਆਂ ਖਲਾਂ ਲੋਹਾਈਆਂ, ਮੁਖੋਂ ਸੀ ਨਾ ਉਚਾਰੀ,
ਉਹਨਾਂ ਮਹਾਨ ਪਵਿੱਤਰ ਆਤਮਾਵਾਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ। ਆਪਣੇ ਨਜ਼ਦੀਕ ਹੀ ਨਗਰ ਬਾਰਨ ਤੋਂ ਸਤਿਕਾਰਯੋਗ ਸ਼ਹੀਦ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਸਨ 1757 ਦੇ ਅੰਦਰ ਇਸ ਕਾਰਨ ਤਿਨਾਂ ਦੀ ਖੱਲ ਪੁੱਠੀ ਕਰਕੇ ਉਤਾਰ ਦਿੱਤੀ ਕਿ ਉਹਨਾਂ ਨੇ ਉਸ ਵਕਤ ਸਰਹੰਦ ਦੇ ਸੂਬੇਦਾਰ ਅਬਦੁਲ ਸਮਦ ਖਾਨ ਦਾ ਹੁਕਮ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਆਪਣੇ ਸਿਰ ਦੇ ਉੱਪਰ ਪਵਿੱਤਰ ਕੇਸਾਂ ਦੇ ਉੱਪਰ ਜੋ ਇਹ ਜਗਤ ਜੂਠ ਤੰਬਾਕੂ ਹੈ ਮੈਂ ਇਹਨੂੰ ਚੁੱਕ ਨਹੀਂ ਸਕਦਾ ਇਸ ਪੰਡ ਨੂੰ। ਮਹਾਨ ਸ਼ਹੀਦ ਤਿਨਾਂ ਨੂੰ ਸਾਧ ਸੰਗਤ ਦਿਓ ਅੱਜ ਦੇ ਰੋਜ਼ ਸ਼ਹੀਦ ਕਰ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਕਮਾਂ ਸਾਹਮਣੇ ਸੀਸ ਨਵਾਇਆ, ਜਗਤ ਜੂਠ ਤੰਬਾਕੂ ਦੇ ਨਜ਼ਦੀਕ ਨਾ ਗਏ। ਸੋ ਤਿਨਾਂ ਦਾ ਜੋ ਪਾਵਨ ਪਵਿੱਤਰ ਮੁਬਾਰਕ ਸੰਦੇਸ਼ ਹੈ ਹਰ ਇੱਕ ਪ੍ਰਾਣੀ ਮਾਤਰ ਆਪਣੇ ਹਿਰਦੇ ਦੇ ਅੰਦਰ ਵਸਾਏ। ਮਹਾਰਾਜ ਜੀਓ ਕੇ ਪਾਏ ਹੋਏ ਪਾਵਨ ਪੂਰਨਿਆਂ ਦੇ ਉੱਪਰ ਗੁਰੂ ਕਾ ਸਿੱਖ ਚੱਲਣ ਦਾ ਅਹਿਦ ਲਵੇ, ਚੱਲਣ ਦਾ ਪ੍ਰਣ ਕਰੇ। ਜੋ ਇੱਕ ਰਹਿਤਾਂ ਦੇ ਅੰਦਰ ਵੀ ਸ਼ਾਮਲ ਹੈ ਤੰਬਾਕੂ ਆਦਿ ਦਾ ਸੇਵਨ ਕਰਨਾ। ਸੋ ਸਾਧ ਸੰਗਤ ਜੀਓ ਚੱਲ ਰਹੀ ਲੜੀਵਾਰ ਕਥਾ ਵਿਚਾਰ ਭਗਤ ਪ੍ਰਹਿਲਾਦ ਜੀ ਆਪਣਾ ਜੀਵਨ ਪਏ ਬਿਆਨ ਕਰ ਰਹੇ ਹਨ। ਭਗਤ ਪ੍ਰਹਿਲਾਦ ਜੀ ਸਤਜੁਗ ਦੇ ਅੰਦਰ ਹੋਏ ਔਰ ਇੱਥੇ ਕਵੀ ਸੰਤੋਖ ਸਿੰਘ ਜੀਆਂ ਨੇ ਤਿੰਨਾਂ ਮਹਾਨ ਪਵਿੱਤਰ ਆਤਮਾਵਾਂ ਦੇ ਬਚਨ ਵਿਲਾਸ ਇਤਿਹਾਸ ਦੇ ਅੰਦਰ ਕਥਾ ਵਾਰਤਾ ਦੇ ਅੰਦਰ ਅੰਕਿਤ ਕੀਤੇ ਹਨ। ਉਹਨਾਂ ਦਾ ਮੁਬਾਰਕ ਜੀਵਨ ਸਾਧ ਸੰਗਤ ਦੇ ਨਾਲ ਸਾਂਝ ਪਾ ਰਹੇ ਹਨ ਕਿ ਜੀਵਨ ਦੇ ਅੰਦਰ ਕਿਸ ਪ੍ਰਕਾਰ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਭਗਤ ਸਾਹਿਬਾਨਾਂ ਨੂੰ। ਕੱਲਾ ਉਹ ਬਾਹਰ ਦਾ ਨਹੀਂ, ਪਹਿਲਾਂ ਘਰ ਤੋਂ ਹੀ ਪਿਤਾ ਨੇ ਹੀ ਵੱਡੀ ਜਿਹੜੀ ਸੀ ਉਹ ਵਿਰੋਧਤਾ ਖੜੀ ਕਰ ਦਿੱਤੀ। ਜਿਸ ਵਕਤ ਸੰਡਾ ਮਰਕਾ ਨੂੰ ਝਿੜਕਾਂ ਪਈਆਂ ਕਿ ਤੁਸੀਂ ਮੇਰੇ ਪੁੱਤਰ ਨੂੰ ਪਾ ਕੀ ਦਿੱਤਾ ਹੈ, ਉਹਨਾਂ ਨੇ ਕਿਹਾ ਅਸੀਂ ਨਹੀਂ ਪੜਾਇਆ, ਇਹ ਤਾਂ ਸਹਿਜ ਸੁਭਾਅ ਬੋਲ ਰਿਹਾ ਹੈ, ਅਸੀਂ ਤਾਂ ਪੜਾਇਆ ਹੀ ਨਹੀਂ, ਬਲਕਿ ਅਸੀਂ ਤਾਂ ਇਹਨੂੰ ਆਪ ਪੁੱਛਦੇ ਹਾਂ ਕਿ ਤੂੰ ਪੜ੍ਹਿਆ ਕਿਸ ਥਾਂ ਤੋਂ ਹੈ, ਇਹਦੇ ਕੋਲ ਹੋਰ ਵੀ ਕੋਈ ਨਹੀਂ ਆਉਂਦਾ ਸਾਡੇ ਤੋਂ ਬਿਨਾ। ਘਰ ਦੇ ਅੰਦਰ ਇੱਕ ਥਾਂ ਲਿਜਾ ਕੇ ਬੰਨ੍ਹ ਦਿੱਤਾ। ਭਗਤ ਜੀਆਂ ਨੇ ਆਪਣੇ ਸੁਭਾਅ ਦੇ ਅਨੁਸਾਰ ਭਗਤ ਪ੍ਰਹਿਲਾਦ ਜੀ ਬਾਰਕ ਰੂਪ ਦੇ ਅੰਦਰ ਹਨ, ਬੱਚੇ ਹੋਰ ਵੀ ਆਏ, ਉਹਨਾਂ ਨੂੰ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪੜ੍ਹਾਉਂਦਿਆਂ ਜਗਤ ਦੀ ਜਿਹੜੀ ਨਾਸ਼ਮਾਨਤਾ ਸੀ ਭਗਤ ਪ੍ਰਹਿਲਾਦ ਜੀਆਂ ਨੇ ਉਸ ਵੀ ਸਿਖਾਲ ਦਿੱਤੀ, ਅੱਖਾਂ ਸਾਹਮਣੇ ਕਰ ਦਿੱਤੀ। ਆ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿਵੇਂ ਆਪਾਂ ਪੜ੍ਹਨੇ ਹਾਂ ਵੀ ਕਿ ਜਿਤਨਾ ਵੀ ਇਹ ਦ੍ਰਿਸ਼ਟਮਾਨ ਹੈ ਇਹ ਸਾਰਾ ਹੀ ਨਾਸ਼ ਹੋਣ ਵਾਲਾ ਹੈ। ਸਾਧ ਸੰਗਤ ਜੀਓ ਇਸ ਪ੍ਰਕਾਰ ਭਗਤ ਜੀ ਆਪਣੇ ਸੰਗੀਆਂ ਨੂੰ, ਸਾਥੀਆਂ ਨੂੰ, ਦੋਸਤ ਮਿੱਤਰਾਂ ਨੂੰ, ਉਹਨਾਂ ਨੂੰ ਵੀ ਜਿਹੜੀ ਇਹ ਪਾਠ ਸੀ ਭਗਤ ਜੀਆਂ ਨੇ ਇਹ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਚਟਿਆ ਸਭੇ ਬਿਗਾਰੇ, ਉਹਨਾਂ ਦੇ ਹਿਸਾਬ ਨਾਲ ਜਿੰਨੇ ਸਹਿ ਪਾਠੀ ਨੇ, ਜਿੰਨੇ ਨਾਲ ਦੇ ਵਿਦਿਆਰਥੀ ਦੋਸਤ ਸਖਾ ਮਿੱਤਰ ਨੇ, ਉਹ ਵੀ ਭਗਤ ਪ੍ਰਹਿਲਾਦ ਜੀਆਂ ਦਾ ਹੀ ਕਿਹਾ ਹੋਇਆ ਮੰਨਣ ਲੱਗ ਪਏ ਹਨ। ਸੋ ਹਿਰਦੇ ਅੰਦਰ ਉਹਨਾਂ ਦੇ ਉਤਸੁਕਤਾ ਆਈ, ਹੈਰਾਨੀ ਆਈ ਇਸ ਗੱਲ ਦੀ। ਪੁੱਛਦੇ ਨੇ ਭਗਤ ਜੀ ਨੂੰ ਅਸੀਂ ਤੇ ਇਹ ਪਾਠ ਪੜ੍ਹਿਆ ਕੋਈ ਨਹੀਂ, ਤੁਸੀਂ ਇਹ ਪਾਠ ਕਿੱਥੋਂ ਪੜ੍ਹ ਲਿਆ ਹੈ? ਇੱਕੋ ਥਾਂ ਪੜ੍ਹਨੇ ਹਾਂ, ਸਾਨੂੰ ਤਾਂ ਕਿਸੇ ਨੇ ਇਹ ਗਿਆਨ ਦਿੱਤਾ ਕੋਈ ਨਹੀਂ, ਤੁਹਾਨੂੰ ਕਿਸ ਨੇ ਗਿਆਨ ਦਿੱਤਾ ਹੈ? ਇੱਥੋਂ ਤੱਕ ਕਥਾ ਵਾਰਤਾ ਆਪਾਂ ਸਾਧ ਸੰਗਤ ਜੀ ਸਰਵਣ ਕੀਤੀ ਹੈ। ਸੋ ਆਓ ਅਗਾਰੀ ਪਾਵਨ ਇਤਿਹਾਸ ਦੀਆਂ ਕਥਾ ਵਿਚਾਰਾ ਅੱਗੇ ਪ੍ਰਾਰੰਭ ਕਰੀਏ ਜੀ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ
ਦੈਂਤ ਪੁੱਤਰ ਸੁਨ ਗਿਰਾ ਉਚਾਰੀ। ਸੰਗੀਆਂ ਨੇ ਸੁਣ ਕੇ ਕੋਲੋਂ ਪੁੱਛਿਆ ਹੈ, ਹਮੇ ਬਤਾਏ ਬਾਤ ਇਹ ਸਾਰੀ। ਸਾਨੂੰ ਤੁਸੀਂ ਉਹ ਸਾਰੀ ਗੱਲਬਾਤ ਦੱਸਣਾ ਕਰੋ। ਅਸ ਤੁਮ ਗਿਆਨ ਕਹਾਂ ਤੇ ਪਾਵਾ। ਇਹ ਵਾਲਾ ਗਿਆਨ ਤੁਸਾਂ ਨੇ ਕਿੱਥੋਂ ਪ੍ਰਾਪਤ ਕੀਤਾ ਹੈ, ਜਿਹੜਾ ਗਿਆਨ ਭਗਤ ਪ੍ਰਹਿਲਾਦ ਜੀਆਂ ਨੇ ਸਾਰਾ ਸੰਸਾਰ ਦੀ ਨਾਸ਼ਮਾਨਤਾ ਦਾ ਜਿਹੜਾ ਗਿਆਨ ਬਿਆਨ ਕੀਤਾ ਹੈ ਕਿ ਸਰੀਰ ਵੀ ਨਾਸ਼ਮਾਨ ਹੈ, ਜੀਵ ਦੀ ਜਿਹੜੀ ਉਮਰ ਹੈ ਉਹ ਹੋਰ ਧੰਦਿਆਂ ਦੇ ਵਿੱਚ ਵਿਆਪਕ, ਜੀਵ ਨੇ ਆਪਣੀ ਜਿਹੜੀ ਆਰਬਲਾ ਹੋਰ ਕੰਮਾਂ ਧੰਦਿਆਂ ਦੇ ਅੰਦਰ ਵਿਅਰਥ ਹੀ ਗਵਾ ਦਿੱਤੀ, ਰੱਬ ਦਾ ਸਿਮਰਨ ਨਹੀਂ ਕੀਤਾ, ਉਹ ਵਾਲਾ ਗਿਆਨ ਪੁੱਛਦੇ ਹਨ। ਸਰਬੇ ਸਾਰ ਅਸਾਰ ਲਖਾਵਾ। ਆ ਜਿਹੜਾ ਤੁਹਾਨੂੰ ਜਿੰਨਾ ਵੀ ਸੰਸਾਰ ਵਿਖਾਈ ਦੇ ਰਿਹਾ ਹੈ, ਜੋ ਤੁਹਾਨੂੰ ਇਹ ਝੂਠਾ ਜਾਪਿਆ ਹੈ, ਹਮ ਤੁਮ ਪੜਤ ਗੁਰੂ ਇੱਕ ਪਾਹੀ। ਅਸੀਂ ਤੇ ਤੁਸੀਂ ਇੱਕੋ ਥਾਂ ਇੱਕੋ ਗੁਰੂ ਤੋਂ ਪੜ੍ਹਨੇ ਹਾਂ, ਕੋਈ ਹੋਰ ਥਾਂ ਤੇ ਤਾਂ ਤੁਸੀਂ ਵੱਖਰੇ ਜਾਂਦੇ ਨਹੀਂ, ਹੋਰ ਆਪਾਂ ਨੂੰ ਕੋਈ ਪੜਾਉਣ ਆਉਂਦੇ ਨਹੀਂ। ਅਪਰ ਨਿਕਟ ਗਮਨੇ ਕਬ ਨਾਈ। ਹੋਰ ਕਦੇ ਕਿਸੇ ਦੇ ਕੋਲ ਆਪਾਂ ਕਦੇ ਗਏ ਕੋਈ ਨਹੀਂ, ਇੱਕੋ ਥਾਂ ਪੜ੍ਹਨੇ ਹਾਂ। ਔਰ ਨ ਕੋ ਆਵਾ ਇਹ ਥਾਨਾ। ਹੋਰ ਇੱਥੇ ਕੋਈ ਵੀ ਕੋਈ ਦੂਸਰਾ ਇਸ ਥਾਂ ਤੇ ਕਦੇ ਨਹੀਂ ਆਇਆ। ਕਬ ਹੋਨੇ ਸਤ ਸੰਗ ਮਿਲਾਨਾ। ਔਰ ਕਦੇ ਵੀ ਆਪਾਂ ਹੋਰ ਪਾਸੇ ਸਤ ਸੰਗਤ ਦੇ ਅੰਦਰ ਜਿੱਥੇ ਕੋਈ ਪ੍ਰਮਾਤਮਾ ਦਾ ਨਾਮ ਜਪਦਾ ਹੋਵੇ, ਕੋਈ ਪਿਆਰਾ, ਆਪਾਂ ਕਦੇ ਉਸ ਥਾਂ ਤੇ ਨਹੀਂ ਗਏ। ਆਪਾਂ ਤਾਂ ਪੜ੍ਹਦੇ ਹੀ ਹੋਰ ਪਾਠਸ਼ਾਲਾ ਵਿੱਚ ਹਾਂ। ਔਰ ਨ ਆਇਓ ਤੂੰ ਨੇ ਗਇਓ। ਨਾ ਕੋਈ ਇੱਥੇ ਆਇਆ ਤੇ ਨਾ ਹੀ ਤੁਸੀਂ ਪਾਠਸ਼ਾਲਾ ਵਿੱਚੋਂ ਕਿਸੇ ਪਾਸੇ ਗਏ ਹੋ। ਇਹ ਕੌਣ ਪੁੱਛ ਰਹੇ ਨੇ? ਦੈਂਤਾਂ ਦੇ ਪੁੱਤਰ, ਜਾਂ ਇਉਂ ਕਹਿ ਲਈਏ ਵੀ ਜਿਹੜੇ ਸਹਿਪਾਠੀ ਨੇ ਉਹ ਪੁੱਛਦੇ ਹਨ। ਐਸੋ ਗਿਆਨ ਕਾਂ ਤੇ ਭਇਓ। ਦੱਸੋ ਸਾਨੂੰ ਇਹ ਗਿਆਨ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ ਹੈ? ਭਗਤ ਪ੍ਰਹਿਲਾਦ ਜੀ ਨੂੰ ਪੁੱਛਦੇ ਹਨ। ਇਹ ਸੰਸਾ ਉਰ ਦੇਉ ਮਿਟਾਈ। ਸਾਡੇ ਹਿਰਦੇ ਦਾ ਇਹ ਵਾਲਾ ਸੰਸਾ, ਇਹ ਸ਼ੰਕਾ ਤੁਸੀਂ ਨਿਵਾਰਨ ਕਰੋ। ਤਿਨ ਤੇ ਸੁਨ ਮੈਂ ਗਿਰਾ ਅਲਾਈ। ਭਗਤ ਜੀ ਕਹਿੰਦੇ ਵੀ ਮੈਂ ਉਹਨਾਂ ਕੋਲੋਂ ਸੁਣ ਕੇ ਫਿਰ ਮੈਂ ਉਹਨਾਂ ਨੂੰ ਉੱਤਰ ਦਿੱਤਾ, ਉਹਨਾਂ ਕੋਲੋਂ ਸੁਣਿਆ ਤੇ ਉਹਨਾਂ ਨੂੰ ਮੈਂ ਇਹ ਉੱਤਰ ਦਿੱਤਾ। ਜਬ ਮਮ ਪਿਤ ਤਪ ਹੀਤ ਪਧਾਰਾ। ਕਹਿੰਦੇ ਜਦੋਂ ਮੇਰੇ ਪਿਤਾ ਜੀ ਹਰਨਾਕਸ਼ ਦੇ ਬਾਰੇ ਲੱਗੇ ਦੱਸਣ, ਕਹਿੰਦੇ ਜਦੋਂ ਮੇਰੇ ਪਿਤਾ ਜੀ ਤਪ ਕਰਨ ਵਾਸਤੇ ਗਏ, ਮੰਦਰਾਚਲ ਪਰ ਹੱਠ ਵੱਡ ਤਾਰਾ। ਮੰਦਰਾਚਲ ਪਰਬਤ ਤੇ ਜਿੱਥੇ ਉਹਨਾਂ ਨੇ ਬੜਾ ਵੱਡਾ ਹੱਠ ਧਾਰਨ ਉਹਨਾਂ ਨੇ ਜਿਹੜਾ ਕਰ ਲਿਆ, ਜਿਹੜਾ ਵੱਡਾ ਹੱਠ ਧਾਰਨ ਕੀਤਾ। ਸੁਨ ਕਰ ਸ਼੍ਰੋਨ ਸੁਰਨ ਸਮੂਹਾ। ਜਿਵੇਂ ਜਿਵੇਂ ਕੋਈ ਦੇਵਤਿਆਂ ਨੇ ਇਹ ਗੱਲ ਸੁਣੀ, ਉਹਨਾਂ ਦੇ ਕੰਨੀ ਪੈ ਗਈ ਵੀ ਦੈਂਤਾਂ ਦੇ ਵਿੱਚੋਂ ਕੋਈ ਪ੍ਰਮਾਤਮਾ ਦੀ ਭਗਤੀ ਵਾਲੇ ਪਾਸੇ ਤੁਰ ਪਿਆ ਹੈ। ਕਹਿੰਦੇ ਜਿਵੇਂ ਜਿਵੇਂ ਦੇਵਤਿਆਂ ਦੇ ਕੋਲ ਇਹ ਖਬਰ ਪਹੁੰਚੀ, ਕਹਿੰਦੇ ਉਹ ਕ੍ਰੋਧਿਤ ਹੋ ਗਏ। ਸੈਨ ਬਟੋਰੀ ਕੀਨੀ ਬਹੁਆ। ਉਹਨਾਂ ਨੇ ਵੱਡੀ ਸੈਨਾ ਇਕੱਠੀ ਕਰ ਲਈ ਦੈਂਤਾਂ ਦੇ ਉੱਪਰ ਹਮਲਾ ਕਰਨ ਵਾਸਤੇ। ਹਰਖ ਪਰਸ ਪਰ ਬਚਨ ਬਖਾਨਾ। ਆਪਸ ਵਿੱਚ ਮਿਲ ਕਰਕੇ ਬੜਾ ਉਹਨਾਂ ਨੇ ਸਹਿ ਸੁਭਾਅ ਵੀ ਬੜਾ ਸੌਖਾ ਸਮਝਿਆ ਵੀ ਆਪਾਂ ਦੈਂਤਾਂ ਨੂੰ ਸੌਖੇ ਹੀ ਮਾਰ ਲਵਾਂਗੇ। ਦਾਨਵ ਕੁਲ ਕੋ ਕਰੋ ਨਿਧਾਨਾ। ਕਹਿੰਦੇ ਦਾਨਵਾਂ ਦੀ ਕੁੱਲ ਦੈਂਤਾਂ ਨੂੰ ਤਾਂ ਆਪਾਂ ਹੁਣੇ ਹੀ ਗਰਕ ਕਰ ਦਿਆਂਗੇ, ਨਾਸ਼ ਕਰ ਦਿਆਂਗੇ। ਇਸ ਪ੍ਰਕਾਰ ਉਹਨਾਂ ਸੋਚਿਆ। ਬਿਨ ਪ੍ਰਯਾਸ ਰਜਨੇਸ਼ ਨਸਾਨਾ। ਬਿਨਾਂ ਪ੍ਰਯਾਸ ਤੋਂ ਹੀ ਆਪਾਂ ਉਹਨਾਂ ਨੂੰ, ਇਹਨਾਂ ਦੈਂਤਾਂ ਨੂੰ ਭਜਾ ਦੇਵਾਂਗੇ। ਜਿਮ ਪਪੀਲ ਕਾ ਇਹ ਕੀਏ ਹਾਨਾ। ਜਿਸ ਪ੍ਰਕਾਰ ਕੀੜੀਆਂ ਵੀ ਸੱਪ ਨੂੰ ਮਾਰ ਲੈਂਦੀਆਂ ਹਨ, ਜਿਸ ਪ੍ਰਕਾਰ ਕੀੜੀਆਂ ਸੱਪ ਦੇ ਕੋਈ ਜ਼ਖਮ ਹੋ ਜਾਏ ਤੇ ਜ਼ਖਮ ਦੇ ਨਾਲ ਹੀ ਸੱਪ ਬੜਾ ਸੌਖਾ ਮਰ ਜਾਂਦਾ ਹੈ, ਕਹਿੰਦੇ ਆਪਾਂ ਵੀ ਉਹਨਾਂ ਦੈਂਤਾਂ ਨੂੰ ਇਸੇ ਪ੍ਰਕਾਰ ਮਾਰ ਦੇਵਾਂਗੇ। ਇਹ ਬਾਤ ਦੇਵਤਿਆਂ ਨੇ ਸੋਚੀ। ਕਟਕ ਬਟੋਰ ਆਨ ਰਜਧਾਨੀ। ਕਹਿੰਦੇ ਇਸ ਪ੍ਰਕਾਰ ਬੜੀ ਵੱਡੀ ਫੌਜ ਉਹਨਾਂ ਇਕੱਠੀ ਕਰਕੇ ਰਜਧਾਨੀ ਅੰਦਰ ਦੈਂਤਾਂ ਦੀ ਰਾਜਧਾਨੀ ਵਿੱਚ ਲੈ ਆਂਦੀ। ਮੰਡਿਓ ਯੁੱਧ ਕ੍ਰੋਧ ਕਰ ਮਾਨੀ। ਦੋਵਾਂ ਪਾਸੇ ਬੜਾ ਫਿਰ ਭਾਰੀ ਯੁੱਧ ਹੋਣਾ ਪ੍ਰਾਰੰਭ ਹੋ ਗਿਆ। ਦੈਂਤਾਂ ਵਾਲੇ ਪਾਸੇ ਵੀ ਤੇ ਦੈਨ ਆਪਣਾ ਸੁਰਾਂ ਵਾਲੇ ਪਾਸੇ, ਦੇਵਤਿਆਂ ਵਾਲੇ ਪਾਸੇ। ਦਾਨਵ ਮਿਲ ਇੱਕ ਥਾਂ ਤੇ ਕਾਲਾ। ਹੁਣ ਜਦੋਂ ਦਾਨਵਾਂ ਨੂੰ ਇਹ ਪਤਾ ਲੱਗ ਗਿਆ ਵੀ ਇੱਕ ਥਾਂ ਤੇ ਹਮਲਾ ਹੋਇਆ ਹੈ, ਉਹ ਵੀ ਸਾਰੇ ਇਕੱਠੇ ਹੋ ਗਏ। ਦਾਰੁਨ ਸੰਗਰ ਕੀਨ ਵਿਸਾਲਾ। ਉਹਨਾਂ ਨੇ ਵੀ ਵੱਡੀ ਫੌਜ, ਵੱਡਾ ਭਿਅੰਕਰ ਭਿਆਨਕ ਯੁੱਧ ਹੋਇਆ।
ਗਦਾ ਤ੍ਰਿਸੂਲਨ ਗਿਰ ਤਰ ਉਪਾਰੇ ਉਹਨਾਂ ਨੇ ਵੀ ਤਰਸ਼ੂਲਾਂ ਨਾਲ ਗਦਿਆਂ ਨਾਲ, ਉਹਨਾਂ ਨੇ ਵੀ ਵੱਡੇ ਵੱਡੇ ਰੁੱਖਾਂ ਦੇ ਨਾਲ ਔਰ ਵੱਡੇ ਵੱਡੇ ਭਾਰੀ ਪੱਥਰਾਂ ਦੇ ਨਾਲ ਚੁੱਕ ਚੁੱਕ ਕੇ ਉਹਨਾਂ ਨੇ ਦੇਵਤਿਆਂ ਦੇ ਉੱਪਰ ਪ੍ਰਹਾਰ ਕਰ ਦਿੱਤਾ। ਏਕੈ ਬਾਰ ਸੁਰਨ ਪਰ ਡਾਰੇ ਇੱਕੋ ਵਾਰ ਭਾਰੀ ਹਮਲਾ ਕਰਕੇ ਸੁਰਾਂ ਦੇ ਉੱਪਰ, ਦੇਵਤਿਆਂ ਉੱਪਰ ਹਮਲਾ ਕੀਤਾ ਹੈ। ਤੇ ਬਚਾਏ ਇੰਦਰ ਕਰ ਕ੍ਰੋਧਾ ਫਿਰ ਉਹਨਾਂ ਦੇ ਬਚਾਅ ਦੇ ਵਾਸਤੇ ਇੰਦਰ ਦੇਵਤਾ ਉਹਨਾਂ ਦੇਵਤਿਆਂ ਦੇ ਬਚਾਅ ਵਾਸਤੇ ਆਇਆ। ਲੇਕਰ ਸੰਗ ਸਰਬ ਨਿਜ ਜੋਧਾ ਔਰ ਹੋਰ ਵੀ ਜਿਹੜੇ ਜਿਹੜੇ ਨਾਲ ਬਾਕੀ ਉਹਦੇ ਇੰਦਰ ਦੇਵਤੇ ਦੇ ਫੌਜ ਸੀ, ਉਹ ਵੀ ਵੱਡੀ ਫੌਜ ਆਈ। ਬਜਰ ਹਤਨ ਕੀਏ ਦੈਂਤ ਬਿਹਾਲਾ ਔਰ ਉਹਨਾਂ ਨੇ ਆਣ ਕਰਕੇ ਬੱਜਰ ਜਿਤਨੇ ਵੀ ਨਾਲ ਹੋਰ ਦੈਂਤ ਸਨ ਉਹਨਾਂ ਨੂੰ ਖਤਮ ਕਰ ਦਿੱਤਾ ਆਪਣੇ ਹਥਿਆਰ ਦੇ ਨਾਲ, ਬੱਜਰ ਹਥਿਆਰ ਦੇ ਨਾਲ ਉਹਨਾਂ ਦਾਨਵਾਂ ਨੂੰ, ਉਹਨਾਂ ਦੈਂਤਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਭਾਜੇ ਉਰ ਤਰ ਤਰਾਸ ਬਿਸਾਲਾ ਸਾਰੇ ਜਿਹੜੇ ਦਾਨਵ ਸਨ ਸਾਰੇ ਹੀ ਉੱਥੋਂ ਨੱਠ ਗਏ। ਪੁੱਤਰ ਕਲਿਤਰ ਨ ਮਿੱਤਰ ਸੰਭਾਰਾ ਕੋਈ ਉਹਨਾਂ ਨੇ ਆਪਣਾ ਕੁਟੰਬ ਨਹੀਂ ਵੇਖਿਆ, ਕੋਈ ਦੋਸਤ ਸਹਾ ਮਿੱਤਰ, ਜਿਹਦਾ ਜਿੱਧਰ ਨੂੰ ਜਾਨ ਬਚਾਉਣ ਨੂੰ ਭੱਜੇ ਸਾਰੇ ਦਾਨਵ ਉਸ ਪਾਸੇ ਦੈਂਤ ਨੱਠ ਗਏ। ਪ੍ਰਾਨ ਬਚਾਵਨ ਹਿਤ ਵਿਚਾਰਾ ਸਾਰਿਆਂ ਨੇ ਵਿਚਾਰਿਆ ਵੀ ਆਪੋ ਆਪਣੀ ਜਾਨ ਬਚਾਓ। ਪਾਏ ਵਿਜੇ ਕੋ ਅਧਿਕ ਪੁਰੰਦਰ ਫਿਰ ਉਹਨਾਂ ਦੇਵਤਿਆਂ ਨੇ ਕਹਿੰਦੇ ਸਾਰਿਆਂ ਨੇ ਜਿਸ ਵਕਤ ਵਿਜੇ ਪ੍ਰਾਪਤ ਕਰ ਲਈ, ਦੈਂਤ ਰਾਜ ਕੇ ਆਵਾ ਅੰਦਰ ਦੈਂਤਾਂ ਦੀ ਰਾਜਧਾਨੀ ਮੁਲਤਾਨ ਦੇ ਅੰਦਰ ਉਹ ਇਕੱਠੇ ਹੋ ਕੇ ਆ ਗਏ। ਸਭ ਦਾਨਵ ਕੀ ਸੈਨ ਨਿਖੂਟੀ ਸਾਰੇ ਦਾਨਵਾਂ ਦੀ ਜਿਹੜੀ ਫੌਜ ਸੀ ਖਤਮ ਹੋ ਗਈ। ਹਰਕਤ ਹੋਏ ਮੁਲਤਾਨ ਸੁਲੂਟੀ ਉਹਨਾਂ ਨੇ ਕਿਹਾ ਸੀ ਇਹਨਾਂ ਦੀ ਰਾਜਧਾਨੀ ਲੁੱਟ ਲਈ ਹੈ। ਮਮ ਮਾਤਾ ਕੋ ਗੈ ਅਸੁਰਾਰੀ ਔਰ ਜਿਹੜੇ ਫਿਰ ਦੇਵਤੇ ਸਨ ਇਹਨਾਂ ਵਿੱਚੋਂ ਇੰਦਰ ਦੇਵਤਾ ਕਹਿੰਦੇ ਉਹ ਮੇਰੀ ਮਾਤਾ ਜੀ ਨੂੰ ਲੈ ਕਰਕੇ ਚੱਲ ਪਏ। ਲੇਕਰ ਗਮਨੇ ਨਿਜ ਸੰਘਾਰੀ ਔਰ ਨਾਲ ਲੈ ਕੇ ਤੁਰੇ ਹਨ ਮੇਰੀ ਮਾਤਾ ਨੂੰ। ਸਹਿਜ ਸੁਭਾਏ ਚਲੇ ਮਗ ਜਾਈ ਇਸ ਪ੍ਰਕਾਰ ਸਹਿ ਸੁਭਾਕ ਚਲੇ ਜਾ ਰਹੇ ਹਨ। ਨਾਰਦ ਮੁਨ ਮਿਲਿਓ ਤਬ ਆਈ ਰਸਤੇ ਅੰਦਰ ਜਿਸ ਥਾਂ ਲੈ ਕੇ ਜਾ ਰਹੇ ਹਨ ਸਹਿ ਸੁਭਾਕ ਮੇਰੀ ਮਾਤਾ ਨੂੰ, ਜਿਸ ਵਕਤ ਸਾਰੀ ਫੌਜ ਨੱਠ ਗਈ, ਰਸਤੇ ਅੰਦਰ ਨਾਰਦ ਜੀ ਮਿਲੇ। ਪਿਕ ਕਰ ਰਿਖ ਉਰ ਉਪਜੀ ਦਾਇਆ ਕਹਿੰਦੇ ਰਿਖ ਉਹਨਾਂ ਦੇ ਦੇਵਤਾ ਆਪਣੇ ਨਾਰਦ ਮੁਨੀ ਰਿਖੀ ਜੀਆਂ ਦੇ ਵੇਖ ਕਰਕੇ ਚਿੱਤ ਦੇ ਅੰਦਰ ਕਿ ਇਹ ਇੱਕ ਆਰਬਲਾ ਆਪਣੀ ਇੱਕ ਔਰਤ ਨੂੰ ਲੈ ਕੇ ਦੇਵਤੇ ਜਾ ਰਹੇ ਹਨ। ਕਹਿਣ ਲੱਗਿਓ ਤਬ ਹੀ ਸੁਰ ਰਾਇਆ ਔਰ ਨਾਲ ਲੱਗੇ ਕਹਿਣ ਹੈ ਇੰਦਰ ਰਾਜਾ, हे ਦੇਵਤਾ ਜੀ, हे ਰਾਜਾ ਜੀ, ਬਿਨ ਅਪਰਾਧ ਨਾਰ ਗਿਆਨੀ ਕਹਿੰਦੇ ਤੁਸਾਂ ਨੇ ਬਿਨਾ ਕਿਸੇ ਇਹਦਾ ਕੀ ਕਸੂਰ ਹੈ, ਤੁਸੀਂ ਇਹਨਾਂ ਨੂੰ ਪਕੜ ਕੇ ਲੈ ਕੇ ਜਾ ਰਹੇ ਹੋ ਭਗਤ ਪ੍ਰਹਿਲਾਦ ਦੀ ਮਾਤਾ ਦੀ। ਕਹਿੰਦੇ ਇਹਦਾ ਕੀ ਕਸੂਰ ਹੈ, ਤੁਸੀਂ ਇਹਨਾਂ ਨੂੰ ਬਿਨਾ ਕਸੂਰ ਤੋਂ ਹੀ ਪਕੜ ਕੇ ਲੈ ਕੇ ਜਾ ਰਹੇ ਹੋ। ਅਜੋ ਬੇਗ ਮਾਨੋ ਮਮ ਬਾਨੀ ਮੇਰੀ ਗੱਲ ਮੰਨੋ, ਤੁਸੀਂ ਹੁਣੇ ਹੀ ਇਹਨਾਂ ਨੂੰ ਛੱਡ ਦਿਓ। ਸੁਨਤ ਸ਼੍ਰੋਨ ਬੋਲਿਓ ਪੁਰਹੁਤਾ ਉਹ ਕਹਿੰਦੇ ਉਸੇ ਵਕਤ ਇੰਨੇ ਬੋਲ ਸੁਣ ਕੇ ਦੇਵਤਾ ਇੰਦਰ ਦੇਵਤਾ ਲੱਗਾ ਕਹਿਣ, ਇਸ ਕੇ ਗਰਭ ਬਲੀ ਹੋਏ ਪੂਤਾ ਉਹਨਾਂ ਨੇ ਕਿਹਾ ਇਹਦੇ ਗਰਭ ਦੇ ਅੰਦਰ ਜੋ ਪੁੱਤਰ ਹੋਇਆ ਹੈ, ਇਹਦੇ ਗਰਭ ਦੇ ਅੰਦਰ ਉਹ ਬੜਾ ਬਲੀ ਹੈ। ਜਿਹੜਾ ਇਹਦੇ ਉਦਰ ਦੇ ਅੰਦਰ ਪੁੱਤਰ ਹੈ ਇਹ ਬੜਾ ਹੀ ਬਲੀ ਹੈ। ਜਨਮ ਤਈ ਮਾਰੋ ਮੈਂ ਤਾਈ ਮੈਂ ਉਹਨੂੰ ਜਨਮ ਲੈਂਦਿਆਂ ਸਾਰ ਹੀ ਖਤਮ ਕਰ ਦੇਵਾਂਗਾ। ਗਹਿ ਆਨੀ ਬਨਤਾ ਹਿਤ ਯਾਹੀ ਇਸ ਕਰਕੇ ਮੈਂ ਇਸ ਇਸਤਰੀ ਨੂੰ ਨਾਲ ਆਪਣੇ ਸੰਗ ਲੈ ਕੇ ਜਾ ਰਿਹਾ ਹਾਂ। ਨਾਰਦ ਕਹਿਤ ਸੁਨੋ ਸੁਰ ਰਾਈ ਨਾਰਦ ਜੀ ਲੱਗੇ ਕਹਿਣ, हे ਇੰਦਰ ਦੇਵਤਾ ਸੁਣੋ ਸੁਰ ਰਾਈ, हे ਰਾਜੇ ਇੰਦਰ ਰਾਜੇ ਤੁਸੀਂ ਮੇਰੀ ਬਾਤ ਸੁਣੋ। ਤਿਸ ਕੋ ਪੁੱਤਰ ਨ ਮਾਰਿਓ ਜਾਈ ਇਹਨਾਂ ਦਾ ਜਿਹੜਾ ਪੁੱਤਰ ਹੈ ਇਹ ਨਹੀਂ ਮਾਰਿਆ ਜਾਣਾ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਪੁੱਤਰ ਕੋਈ ਹੋਰ ਨਹੀਂ ਭਗਤ ਪ੍ਰਹਿਲਾਦ ਜੀ ਬਾਬਤ। ਕਹਿੰਦੇ ਇਸ ਪੁੱਤਰ ਜਿਹਦੇ ਬਾਬਤ ਤੂੰ ਪਿਆ ਗੱਲ ਕਰਦਾ ਹੈ ਇਹਨੇ ਨਹੀਂ ਮਰਨਾ। ਹੋਏ ਹਰ ਭਗਤ ਸੋ ਆਤਮ ਗਿਆਨੀ ਉਹ ਹਰੀ ਦਾ ਭਗਤ ਤਥਾ ਆਤਮ ਗਿਆਨੀ ਹੋਵੇਗਾ, ਕੋਈ ਉਹ ਆਮ ਰੂਹ ਨਹੀਂ ਹੋਵੇਗੀ, ਉਹ ਹਰੀ ਦਾ ਭਗਤ ਹੋਵੇਗਾ। ਅਸ ਕੋ ਕਰੇ ਤਾਸ ਕੀ ਹਾਨੀ ਕਿਹੜਾ ਹੈ ਐਸਾ ਜਿਹੜਾ ਉਹਨਾਂ ਦੀ ਹਾਨੀ ਕਰ ਸਕਦਾ ਹੋਵੇ? ਕੌਣ ਹੋਵੇਗਾ ਐਸਾ
ਜਿਹੜਾ ਉਸ ਰੱਬ ਦੇ ਭਗਤ ਦੇ ਉੱਪਰ ਕੋਈ ਵਾਰ ਕਰ ਸਕਦਾ ਹੋਵੇ, ਭਾਵ ਕੋਈ ਵੀ ਐਸਾ ਨਹੀਂ ਹੈ। ਤੁਮਰੇ ਸਹਿਤ ਅਪਰ ਜੋ ਦੇਵਾ। ਬਾਕੀ ਚਲੋ ਛੱਡੋ, ਤੁਹਾਡੀ ਤਾਂ ਕੱਲੀ ਗੱਲ ਛੱਡੋ, ਜਿਹੜੇ ਕੋਈ ਬਾਕੀ ਵੀ ਤੁਹਾਡੇ ਦੇਵਤੇ ਹਨ, ਹਨ ਨ ਸਕੇ ਤਤ ਪਰ ਹਰ ਸੇਵਾ। ਇਹਨੂੰ ਭਾਵ ਖਤਮ ਨਹੀਂ ਕਰ ਸਕਦੇ ਜੋ ਹਰੀ ਦੀ ਸੇਵਾ ਵਿੱਚ ਜੁੜਿਆ ਹੋਇਆ ਹੈ। ਭਾਵ ਕੱਲੇ ਤੁਸੀਂ ਨਹੀਂ, ਇੰਦਰ ਦੇਵਤਾ ਕੱਲੇ ਤੁਸੀਂ ਨਹੀਂ, ਬਾਕੀ ਵੀ ਜਿੰਨੇ ਕੋਈ ਦੇਵਤੇ ਹਨ, ਕੋਈ ਵੀ ਐਸਾ ਇਹਨਾਂ ਦੇ ਉੱਪਰ ਕੋਈ ਵਾਰ ਜਾਂ ਜ਼ੋਰ ਨਹੀਂ ਕਰਨ ਲੱਗਾ। ਮਾਨ ਪੁਰੰਦਰ ਪੈ ਉਰਮਾਈ। ਕਹਿੰਦੇ ਇੰਨੀ ਗੱਲ ਸੁਣ ਕੇ, ਨਾਰਦ ਜੀ ਦੀ ਗੱਲ ਸੁਣ ਕੇ ਇੰਦਰ ਦੇਵਤੇ ਦੇ ਹਿਰਦੇ ਅੰਦਰ ਭੈ ਪੈਦਾ ਹੋਇਆ। ਰਿਖੀ ਕੇ ਕਹੇ ਛਾੜ ਦੀਏ ਤਾਈ। ਕਹਿੰਦੇ ਰਿਖੀ ਦੇ ਕਹਿੰਦਿਆਂ ਸਾਰ, ਨਾਰਦ ਜੀ ਦੇ ਕਹਿੰਦਿਆਂ ਸਾਰ ਮਾਤਾ ਜੀ ਨੂੰ ਛੱਡ ਦਿੱਤਾ। ਉਸੇ ਵਕਤ ਜਿੱਥੇ ਲੈ ਕੇ ਨਾਲ ਸੰਗ ਜਾ ਰਹੇ ਸਨ, ਕਹਿੰਦੇ ਛੱਡ ਦਿੱਤਾ। ਭਗਤ ਨਾਮ ਸੁਨ ਬੰਧਨ ਕੀਨੀ। ਕੱਲਾ ਛੱਡਿਆ ਨਹੀਂ, ਜਦੋਂ ਭਗਤੀ ਨਾਮ ਸੁਣਿਆ ਵੀ ਇਹ ਤਾਂ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਹੈ, ਨਿਹਕਾਮੀ ਹੋ ਕੇ ਭਗਤੀ ਪਿਆ ਕਰਦਾ ਹੈ। ਕਹਿੰਦੇ ਇੰਨੀ ਗੱਲ ਸੁਣ ਕਰਕੇ ਚੌ ਦਿਸ਼ ਤੀਨ ਪ੍ਰਦਖਨ ਦੀਨੀ। ਕਹਿੰਦੇ ਉਹਨਾਂ ਨੇ ਉਸੇ ਵਕਤ ਹੀ ਮਾਤਾ ਜੀ ਦੀ ਉਹਨਾਂ ਨੇ ਪਰਿਕਰਮਾ ਕੀਤੀ, ਪ੍ਰਦਖਣਾ ਕੀਤੀ ਮਾਤਾ ਜੀ ਦੀ। ਭਾਵ ਮੇਰੀ ਉਹਨਾਂ ਨੇ ਉਸੇ ਵਕਤ ਇੰਦਰ ਦੇਵਤਾ ਨੇ ਮੇਰੀ ਪਰਿਕਰਮਾ ਕੀਤੀ। ਤੈ ਚਿਨ ਕਰੁਣਾ ਕਰ ਮੁਨੀ ਰਾਇਆ। ਇਸ ਉਸੇ ਵਕਤ ਜਿਹੜੇ ਮੁਨੀ ਜੀ ਸਨ, ਨਾਰਦ ਮੁਨੀ ਜੀ, ਉਹਨਾਂ ਦੇ ਹਿਰਦੇ ਦੇ ਅੰਦਰ ਦਇਆ ਪੈਦਾ ਹੋਈ। ਕਹਿਤ ਸੋ ਨਿਜ ਆਸ਼ਰਮ ਲਿਆਇਆ। ਕਹਿੰਦੇ ਮੇਰੀ ਮਾਤਾ ਜੀ ਨੂੰ ਆਪਣੇ ਉਹ ਆਸ਼ਰਮ ਦੇ ਅੰਦਰ ਲੈ ਆਏ। ਹੇ ਪੁੱਤਰੀ ਰਹੀਏ ਇਸ ਥਾਨਾ। ਉਹਨਾਂ ਨੇ ਕਿਹਾ ਹੇ ਧੀਏ ਹੁਣ ਤੂੰ, ਕਿਉਂਕਿ ਤੁਹਾਡਾ ਜਿਹੜਾ ਰਾਜ ਭਾਗ ਆ ਉਹ ਤਾਂ ਦੈਂਤਾਂ ਦਾ ਰਾਜ ਭਾਗ ਖਤਮ ਕਰ ਦਿੱਤਾ ਇੱਕ ਪਾਸੇ ਤੋਂ ਇੱਕ ਵਾਰੀ, ਤਾਂ ਹੁਣ ਤੁਸੀਂ ਇੱਕ ਕੰਮ ਕਰੋ, ਆਓ ਤੁਸੀਂ ਆਪਣਾ ਜਿਹੜਾ ਸਮਾਂ ਹੈ ਸਾਡੇ ਸਾਥ ਇਸ ਕੁਟੀਆ ਦੇ ਅੰਦਰ ਇੱਥੇ ਹੀ ਬਤੀਤ ਕਰ ਲਵੋ। ਜਬ ਲਗ ਤਵ ਪਤੀ ਨੋਈ ਮਿਲਾਨਾ। ਜਦੋਂ ਤੱਕ ਤੁਹਾਡੇ ਪਤੀ ਵਾਪਸ ਨਹੀਂ ਆਉਂਦੇ, ਕਿਉਂਕਿ ਹਰਨਾਕਸ਼ ਮੰਦਰਾਂਚਲ ਪਰਬਤ ਪਰ ਸੀ ਉਸ ਵਕਤ, ਉਸ ਸਮੇਂ ਦੇ ਅੰਦਰ, ਉਸ ਕਾਲ ਦੇ ਅੰਦਰ, ਜਦੋਂ ਤੱਕ ਤੁਹਾਡੇ ਪਤੀ ਨਹੀਂ ਆਉਂਦੇ, ਤਬ ਲਗ ਸਭ ਤੇ ਨਿਰਭੈ ਪਾਈ। ਉਸੇ ਤਰ੍ਹਾਂ ਤੁਸੀਂ ਸਾਰਿਆਂ ਤੋਂ ਨਿਰਭੈ ਹੋ ਕੇ ਠਹਿਰੋ। ਰਹੋ ਰਿਖੀਨ ਟਿਗ ਚਿੰਤ ਬਿਹਾਈ। ਔਰ ਚਿੰਤਾ ਦੂਰ ਕਰਕੇ ਇੱਥੇ ਤੁਸੀਂ ਠਹਿਰਨਾ ਕਰੋ। ਸੁਨ ਕਰ ਸਭ ਦੁੱਖ ਚਿੰਤਾ ਭਾਗੀ। ਕਹਿੰਦੇ ਇੰਨੀ ਗੱਲ ਸੁਣ ਕੇ ਸਾਰੀ ਜਿੰਨੇ ਹਿਰਦੇ ਦੀ ਚਿੰਤਾ ਆਦਿ ਸੀ, ਸਾਰੀ ਚਿੰਤਾ ਦੂਰ ਹੋ ਗਈ ਮਾਤਾ ਜੀ ਦੀ। ਕਿਉਂਕਿ ਰਾਜ ਭਾਗ ਵੀ ਚਲਾ ਗਿਆ, ਜੋ ਪਤੀ ਸੀ ਉਸ ਆਪਣਾ ਪ੍ਰਭੂ ਦੇ ਸਿਮਰਨ ਦੇ ਅੰਦਰ ਮੰਦਰਾਂਚਲ ਪਰਬਤ ਪਰ ਚਲੇ ਗਏ। ਕਹਿੰਦੇ ਫਿਰ ਉਹ ਆਪਣਾ ਸਮਾਂ ਰਿਖੀ ਦੀ ਕੁਟੀ ਦੇ ਅੰਦਰ ਗੁਜ਼ਾਰਿਆ। ਹਿਤ ਤਰ ਰਿਖੀਨ ਸੇਵ ਕੋ ਲਾਗੀ। ਕਹਿੰਦੇ ਮਾਤਾ ਜੀ ਨੇ ਫਿਰ ਉੱਥੇ ਰਿਖੀਆਂ ਦੀ ਸੇਵਾ ਦੇ ਅੰਦਰ ਮਾਤਾ ਜੀ ਜੁੜ ਗਏ। ਇਸ ਪ੍ਰਕਾਰ ਬੀਤਿਓ ਕਿਤ ਕਾਲਾ। ਇਸ ਪ੍ਰਕਾਰ ਜਿਹੜਾ ਸਮਾਂ ਸੀ ਉੱਥੇ ਬਤੀਤ ਹੋਇਆ ਹੈ। ਮੁਝ ਉਪਦੇਸ਼ਿਓ ਗਿਆਨ ਵਿਸਾਲਾ। ਜਿਹੜਾ ਮੈਨੂੰ ਇਹ ਉਪਦੇਸ਼ ਮੈਨੂੰ ਉਥੋਂ ਪ੍ਰਾਪਤ ਹੋਇਆ ਹੈ। ਰਹੀ ਨ ਸੁਧ ਮਾਤਾ ਕੋ ਜਬ ਕੀ। ਮਾਤਾ ਜੀ ਨੂੰ ਉਸ ਵਕਤ ਦੀ ਭਾਵ ਸੋਝੀ ਨਹੀਂ ਹੈ। ਹਿਰਦੇ ਭਗਤ ਧਾਰੀ ਮੈਂ ਤਬ ਕੀ। ਉਦੋਂ ਤੋਂ ਹੀ ਜਦੋਂ ਮਾਤਾ ਦੇ ਉਦਰ ਅੰਦਰ ਸਾਂ, ਉਦੋਂ ਤੋਂ ਹੀ ਮੈਂ ਇਹ ਜਿਹੜਾ ਗਿਆਨ ਸੀ ਪ੍ਰਾਪਤ ਕਰ ਲਿਆ। ਉਦੋਂ ਤੋਂ ਹੀ ਮੈਨੂੰ ਇਹ ਜਿਹੜਾ ਬ੍ਰਹਮ ਗਿਆਨ ਸੀ ਇਹ ਪ੍ਰਾਪਤ ਹੋਇਆ। ਸੋ ਅਬ ਤੁਮ ਸੋ ਕਹਿਤ ਸਾਈ। ਕੋਈ ਹੁਣ ਮੈਂ ਤੁਹਾਨੂੰ ਹੀ, ਤੁਹਾਡੇ ਸੰਗ ਹੀ ਇਹ ਸਾਰਾ ਜਿਹੜਾ ਗਿਆਨ ਹੈ ਸੰਸਾਰ ਦੀ ਨਾਸ਼ਮਾਨਤਾ ਦਾ, ਜਿਹੜਾ ਇਹ ਬ੍ਰਹਮ ਗਿਆਨ ਹੈ, ਜਦੋਂ ਇਹ ਗਿਆਨ ਆ ਜਾਏ ਨਾ ਸਾਧ ਸੰਗਤ ਜੀ, ਜਿਹੜਾ ਇਹ ਗਿਆਨ ਹੈ, ਇਹ ਗਿਆਨ ਪੜ੍ਹਿਆ ਵੀ ਨਹੀਂ ਆਉਂਦਾ। ਐਸਾ ਨਹੀਂ ਵੀ ਕੇਵਲ ਕੋਈ ਪੜ੍ਹ ਲਵੇ, ਕੋਈ ਇਹਦੀ ਕੋਈ ਡਿਗਰੀ ਹੈ, ਕੋਈ ਇਸ ਪ੍ਰਕਾਰ ਦੇ ਨਾਲ ਵੀ ਇੰਨੇ ਸਮੇਂ ਦੇ ਅੰਦਰ ਇਹ ਗਿਆਨ ਕਿਸੇ ਨੂੰ ਆ ਜਾਏਗਾ। ਇਹ ਜਿਹਦੇ ਹਿਰਦੇ ਦੇ ਅੰਦਰ ਆ ਗਿਆ, ਜਿਹਨੂੰ ਮਾਲਕ ਨੇ ਆਪਣੀ ਭਗਤੀ ਦੀ ਚੇਸ਼ਟਾ ਜਿਹਨੂੰ ਲਾ ਦਿੱਤੀ, ਪ੍ਰੇਮ ਜਿਹਦੇ ਹਿਰਦੇ ਦੇ ਅੰਦਰ ਜਾਗਿਆ ਪਾਈ, ਉਹਦੇ ਹੀ ਇਹ ਅੰਦਰ ਦੇ ਜਿਹੜੇ ਗਿਆਨ ਮਾਲਕ ਜੀ ਖੋਲ ਦਿੰਦੇ ਹਨ। ਜਿਹਦੀ ਸੁਰਤ ਉਸ ਪਰਿਪੂਰਨ ਪਰਮਾਤਮਾ ਜੀ ਦੇ ਨਾਲ ਲੱਗ ਗਈ, ਫਿਰ ਉਹਨੂੰ ਦੁਨਿਆਵੀ ਬਾਕੀ ਸਾਰੇ ਹੀ ਗਿਆਨ ਉਹਨੂੰ ਆ ਗਏ। ਭਾਵੇਂ ਜਦੋਂ ਬਾਬਾ ਕਬੀਰ ਸਾਹਿਬ ਜੀਆਂ ਦੇ ਬਚਨ ਪੜ੍ਹਨੇ ਹਾਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਪੜ੍ਹਦੇ ਹਾਂ, ਜਿਨ੍ਹਾਂ ਦੇ ਸੁਰਤੇ ਬਿਰਤੀ ਉਸ ਮਾਲਕ ਜੀਆਂ ਦੇ ਸੰਗ ਜੁੜ ਗਈ,
ਭਗਤ ਪ੍ਰਹਿਲਾਦ ਜੀ ਲੱਗੇ ਕਹਿਣ, ਕਹਿੰਦੇ ਇਹ ਗਿਆਨ ਤਾਂ ਮੈਂ ਉੱਥੋਂ ਪ੍ਰਾਪਤ ਕੀਤਾ ਹੈ, ਸੋ ਅਬ ਤੁਮ ਸੋ ਕਹਿਤ ਸੁਨਾਈ। ਉਹ ਮੈਂ ਹੁਣ ਤੁਹਾਡੇ ਸੰਗ ਬਿਆਨ ਕੀਤਾ ਹੈ। ਕਰੋ ਸਦੀਵ ਵਿਕਾਰ ਬਿਹਾਈ। ਤੁਸੀਂ ਸਦੀਵੀ ਇਹ ਜਿਹੜਾ ਆਪਣੇ ਸੰਗੀਆਂ ਨੂੰ ਕਹਿ ਰਹੇ ਹਨ ਭਗਤ ਪ੍ਰਹਿਲਾਦ ਜੀ, ਕਹਿੰਦੇ ਆਪਣੇ ਹਿਰਦੇ ਦੇ ਵਿੱਚੋਂ ਜੋ ਵਿਕਾਰ ਆਦ ਹਨ ਸਦੀਵੀਂ ਦੂਰ ਕਰ ਦਵੋ। ਖਟ ਵਿਕਾਰ ਆਤਮ ਮੈਂ ਨਾਈ। ਕਹਿੰਦੇ ਇਸ ਸਰੀਰ ਆਤਮਾ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਵਿਕਾਰ ਨਹੀਂ ਹੈ। ਲਖੀਏ ਸਰਬ ਸ਼ਰੀਰਨ ਮਾਈ। ਔਰ ਜਿੰਨੇ ਵੀ ਇਹ ਵਿਕਾਰ ਨੇ ਇਹ ਸਰੀਰ ਨੂੰ ਨੇ, ਆਤਮਾ ਨੂੰ ਕੋਈ ਵਿਕਾਰ ਨਹੀਂ। ਆਤਮਾ ਦੇ ਉੱਪਰ ਕੋਈ ਦੋਸ਼ ਨਹੀਂ ਹੈ, ਇਹ ਤਾਂ ਸਰੀਰ ਦੇ ਦੋਸ਼ ਨੇ ਜੋ ਆਤਮਾ ਭੋਗਦੀ ਹੈ। ਆਤਮਾ ਤਾਂ ਪਰਿਪੂਰਨ ਪਰਮਾਤਮਾ ਨੇ ਭੇਜ ਦਿੱਤੀ, ਹੁਣ ਇਹ ਸਰੀਰ ਉਹਨਾਂ ਭੋਗਾਂ ਨੂੰ ਮਾਣਦਾ ਹੈ, ਸਰੀਰ ਉਹਨਾਂ ਭੋਗਾਂ ਨੂੰ ਆਨੰਦ ਮਾਣਦਾ ਹੈ ਜਿਹਨੂੰ ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ। ਕਹਿੰਦੇ ਫਿਰ ਲੇਖਾ ਤਾਂ ਅੰਤਰ ਆਤਮਾ ਤੋਂ ਪੁੱਛਿਆ ਗਿਆ। ਜਿਹੜੇ ਪਾਵਨ ਪਵਿੱਤਰ ਮਾਰੂ ਰਾਗ ਦੇ ਸ਼ਬਦ ਹਨ ਬਾਬਾ ਕਬੀਰ ਸਾਹਿਬ ਜੀਆਂ ਦੇ, ਬਾਬਾ ਅਬਨਾ ਬਸੋਏ ਗਾਓ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾ। ਕਹਿਣ ਲੱਗੇ ਆਤਮਾ ਦੇ ਉੱਪਰ ਕੋਈ ਲੇਸ਼ ਨਹੀਂ, ਲੇਸ਼ ਤਾਂ ਸਾਰਾ ਇਸ ਸਰੀਰ ਦਾ ਹੈ, ਵਿਕਾਰਾਂ ਦਾ। ਜਨਮ ਅਸਤ ਅਰ ਬ੍ਰਿਧ ਪ੍ਰਣਾਮਾ। ਜਨਮ ਹੋਣਾ, ਮਰ ਜਾਣਾ, ਬੁਢੇਪਾ ਆਉਣਾ ਆਦ। ਖੀਣ ਹੋਣ ਮਰਨੋ ਦੁਖ ਧਾਮਾ। ਔਰ ਬੁਢੇਪਾ ਆਉਣ ਕਰਕੇ ਮਰ ਜਾਣਾ ਔਰ ਵੱਡਾ ਦੁੱਖ ਪ੍ਰਾਪਤ ਕਰਨਾ। ਆਤਮ ਇਨ ਤੇ ਰਹੀ ਨਿਆਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਆਤਮਾ ਤਾਂ ਇਹਨਾਂ ਤੋਂ ਨਿਆਰੀ ਹੈ, ਆਤਮਾ ਤਾਂ ਨਿਆਰੀ ਹੈ। ਕਦੀ ਬੜੇ ਕਸੌਖੇ ਢੰਗ ਦੇ ਨਾਲ ਮਹਾਂਪੁਰਸ਼ ਇਸ ਗੱਲ ਨੂੰ ਸਮਝਾਉਂਦੇ ਹਨ। ਆ ਕਈ ਵਾਰ ਆਪਾਂ ਕੋਈ ਕਹੀਏ ਵੀ ਆ ਮੇਰਾ ਘਰ ਹੈ, ਆ ਮੇਰੀ ਗੱਡੀ ਹੈ, ਆ ਮੇਰਾ ਟਰੈਕਟਰ ਹੈ, ਆਪਾਂ ਇਦਾਂ ਹੀ ਕਹਿੰਦੇ ਆ, ਇਹਦਾ ਮਤਲਬ ਗੱਡੀ ਟਰੈਕਟਰ ਸਾਧਨ ਵੱਖਰਾ ਹੈ, ਬੋਲਣ ਵਾਲਾ ਵੱਖਰਾ ਹੈ। ਇਸੇ ਤਰ੍ਹਾਂ ਆਪਾਂ ਕਹਿੰਦੇ ਆ ਮੇਰਾ ਹੱਥ, ਮੇਰਾ ਸਿਰ ਪੀੜ ਕਰ ਰਿਹਾ ਹੈ, ਇਹਦਾ ਮਤਲਬ ਸਿਰ ਵੱਖਰਾ ਹੈ। ਜੋ ਬੋਲ ਰਿਹਾ ਹੈ ਮੇਰਾ ਸਿਰ ਪੀੜ ਕਰ ਰਿਹਾ ਹੈ ਉਹ ਵੱਖਰਾ ਹੈ, ਸਿਰ ਵੱਖਰਾ ਹੈ, ਬੋਲਣ ਵਾਲਾ ਵੱਖਰਾ ਹੈ। ਤੇ ਭਗਤ ਪ੍ਰਹਿਲਾਦ ਜੀ ਸੰਗੀਆਂ ਨੂੰ ਲੱਗੇ ਸਮਝਾਉਣ, ਕਹਿਣ ਲੱਗੇ ਜਿਹੜੀ ਆਤਮਾ ਹੈ ਇਹਨਾਂ ਤੋਂ ਨਿਆਰੀ ਹੈ, ਉਹਨੂੰ ਇਹ ਦੁੱਖ ਨਹੀਂ ਹੈ, ਦੁੱਖ ਤਾਂ ਸਰੀਰ ਨੂੰ ਨੇ। ਇਹਨੂੰ ਬੁਢੇਪਾ ਹੈ, ਇਹਨੂੰ ਮੌਤ ਹੈ, ਇਹਨੂੰ ਜਨਮ ਹੈ। ਆਤਮਾ ਤਾਂ ਇਹਨਾਂ ਤੋਂ ਨਿਆਰੀ ਹੈ ਜੇ ਕੋਈ ਇਸ ਕੋਈ ਗੱਲ ਨੂੰ ਸਮਝ ਲਵੇ। ਜਿਉ ਜਲ ਕਮਲ ਦਲਨ ਨਿਰਤਾਰੋ। ਜਿਸ ਪ੍ਰਕਾਰ ਕਮਲ ਚਿੱਕੜ ਤੋਂ ਵੱਖਰਾ ਹੈ, ਜਿਵੇਂ ਜਿਵੇਂ ਚਿੱਕੜ ਵੱਧਦਾ ਗਿਆ ਕਮਲ ਦਾ ਫੁੱਲ ਉੱਪਰ ਨੂੰ ਆਉਂਦਾ ਗਿਆ ਹੈ, ਭਾਵੇਂ ਵਾਸਾ ਉਸ ਥਾਂ ਤੇ ਪਰ ਵਿੱਚ ਰਹਿ ਕੇ ਵੀ ਉਹ ਨਿਰਲੇਪ ਹੈ। ਸ਼ੁੱਧ ਵਿਆਪਕ ਅਵੈਸੋ। ਉਹ ਪਰਿਪੂਰਨ ਪਰਮਾਤਮਾ ਇੱਕ ਰਸ ਪਰਿਪੂਰਨ ਜੋ ਸਾਰੇ ਪਿਆਸੇ ਵਿਆਪਕ ਹੈ। ਸਰਬ ਸ਼ਰੀਰਨ ਆਸ਼ਰੈ ਜੋ। ਜਿਹੜਾ ਸਾਰੇ ਹੀ ਸਰੀਰਾਂ ਦਾ ਉਹ ਪਰਿਪੂਰਨ ਪਰਮਾਤਮਾ ਆਸਰਾ ਹੈ। ਸਤ ਸਦੀਵ ਆਨੰਦ ਅਨੂਪਾ। ਪਰਿਪੂਰਨ ਪਰਮਾਤਮਾ ਸਤ ਹੈ, ਸਦੀਵ ਹੈ ਤਥਾ ਅਨੂਪਾ ਹੈ। ਸੋ ਤੁਮ ਜਾਨੋ ਆਪਨ ਸਵਰੂਪਾ। ਜੇ ਤੁਸੀਂ ਪੁੱਛਣਾ ਹੈ ਵੀ ਮੈਂ ਕੌਣ ਹਾਂ, ਫਿਰ ਪੁੱਛੀਏ ਫਿਰ ਮੈਂ ਹੈ ਕੌਣ ਹਾਂ। ਕਹਿੰਦੇ ਜੋ ਪਰਿਪੂਰਨ ਪਰਮਾਤਮਾ ਦਾ ਸਵਰੂਪ ਹੈ ਉਹ ਆਪਣਾ ਸਵਰੂਪ ਹੈ। ਇਹ ਭੇਦ ਅਗਿਆਨਤਾ ਦਾ ਕਾਰਨ ਹੈ, ਜੀਵ ਨੂੰ ਹਉਮੈ ਦੇ ਵਸ ਕਾਰਨ। ਭਗਤ ਰਵਿਦਾਸ ਜੀ ਕਹਿੰਦੇ ਹਨ, ਭਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਹਉ ਭੀਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ। ਹਉ ਕਹਿੰਦੇ ਕੰਧ ਹੈ ਕਾਦੀ ਭਗਤ ਜੀ, ਕਹਿੰਦੇ ਹਉਮੈ ਦੀ ਕੰਧ ਵਿੱਚ ਹੋ ਗਈ, ਪਰਮਾਤਮਾ ਦੇ ਵਿੱਚ ਔਰ ਜੀਵ ਦੇ ਵਿੱਚ ਕੰਧ ਬਣਾ ਲਈ। ਇਹਨੇ ਬਣਾਈ, ਕਹਿੰਦੇ ਪਰਮਾਤਮਾ ਨੇ ਨਹੀਂ ਬਣਾਈ, ਕੰਧ ਬਣਾ ਲਈ ਜੀਵ ਨੇ। ਹਉ ਭੀਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ। ਭਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਤੇ ਉਹਨਾਂ ਨੇ ਕਿਹਾ, ਕਹਿੰਦੇ ਜਿਹੜਾ ਆਪਣਾ ਤੂੰ ਸਵਰੂਪ ਜਾਣਨਾ ਹੈ, ਤੁਹਾਡਾ ਜਿਹੜਾ ਸਵਰੂਪ ਹੈ ਉਹ ਕੀ ਹੈ? ਉਹ ਪਰਮਾਤਮਾ ਦਾ ਸਵਰੂਪ, ਆਤਮਾ ਤਥਾ ਪ੍ਰਾਤਮਾ ਦਾ ਜੋ ਇੱਕ ਸਵਰੂਪ ਹੈ।
ਨਸ਼ਵਰ ਦੇ ਪਦਾਰਥ ਜੇਤੇ ਆ ਜਿਤਨੇ ਵੀ ਆ ਸੰਸਾਰ ਦੇ ਪਦਾਰਥ ਨਾਸ਼ਵਾਨ ਹਨ, ਮੈਂ ਮੇਰੀ ਤਜ ਦਿਓ ਇਨੇ ਤੇ ਇਹਨੂੰ ਹੁਣੇ ਹੀ ਤੁਸੀਂ ਛੱਡ ਦੇਵੋ। ਪ੍ਰਾਕਿਰਤਿਕ ਮੂਲ ਮਹਤ ਉਪਾਵਾ ਜੀਵ ਦਾ ਮੂਲ ਜਿਹੜਾ ਪ੍ਰਕਿਰਤ ਹੈ, ਪ੍ਰਕਿਰਤ ਤੋਂ ਜੀਵ ਮਹੱਤਵ ਪੈਦਾ ਹੁੰਦਾ ਹੈ। ਅਹੰਕਾਰ ਤਨ ਮਾਤਰ ਬਣਾਵਾ ਔਰ ਇਸ ਮਹੱਤਵ ਤੋਂ ਅਹੰਕਾਰ ਪੈਦਾ ਹੋਇਆ, ਅਹੰਕਾਰ ਤੋਂ ਹੀ ਇਹ ਜੀਵ ਮਾਤਰ ਬਣਿਆ ਹੈ। ਇੰਦਰੀ ਏਕਾਦਸ਼ ਪ੍ਰਕਾਰਾ ਔਰ 11 ਪ੍ਰਕਾਰ ਦੀਆਂ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 10 ਤੇ 11ਵਾਂ ਮਨ ਇਸ ਪ੍ਰਕਾਰ ਇਹ ਬਣਿਆ। ਪੰਜ ਭੂਤ ਇਹ ਸਰਬ ਪਸਾਰਾ ਔਰ ਇਸੇ ਤਰ੍ਹਾਂ ਹੀ ਇਸ ਪਸਾਰੇ ਅੰਦਰੋਂ ਪਰਿਪੂਰਨ ਪਰਮਾਤਮਾ, ਪੁਰਖ ਏਕ ਸਭ ਥਾਨ ਪਛਾਨੋ ਉਸ ਪਰਿਪੂਰਨ ਪਰਮਾਤਮਾ ਨੂੰ ਹੁਣ ਜਿਹੜਾ ਇਹਦੇ ਸਾਰੇ ਜੀਵ ਦੇ ਪਿੱਛੇ ਹੈ, ਉਹ ਪਰਿਪੂਰਨ ਪਰਮਾਤਮਾ ਜਿਨੇ ਇਹ ਸਾਰਾ ਸਰੀਰ ਵੀ ਸਾਜਿਆ ਹੈ, ਉਹ ਪਰਿਪੂਰਨ ਪਰਮਾਤਮਾ ਪੁਰਖ ਇੱਕ ਸਾਰੇ ਪਾਸੇ ਹੈ ਅਸੰਗ ਇਨ ਆਸ਼ਰੈ ਜਾਨੋ ਉਹ ਹੈ ਵੱਖਰਾ ਪਰ ਆਸਰਾ ਉਹਦਾ ਹੈ। ਉਹ ਜੀਵ ਪਰਮਾਤਮਾ ਹੈ ਵੱਖਰਾ ਪਰ ਆਸਰਾ ਇਸ ਸਰੀਰ ਨੂੰ ਉਸੇ ਦਾ ਹੈ। ਜਿਉ ਮਾਲਾ ਕੇ ਮਨ ਕਨਮਾਈ ਜਿਸ ਪ੍ਰਕਾਰ ਮਾਲਾ ਦੇ ਜਿਹੜੇ ਮਣਕੇ ਹੋਣ, ਏਕ ਸੂਤ ਸਭ ਇਨ ਮੈਂ ਆਈ ਸਾਰੇ ਇੱਕ ਸੂਤਰ ਦੇ ਅੰਦਰ ਪਰੋਏ ਹੋਏ ਹਨ। ਮਾਲਾ ਦੇ ਮਣਕੇ ਵੱਖਰੇ ਵੱਖਰੇ ਸਾਰਿਆਂ ਨੂੰ ਇੱਕੋ ਸੂਤਰ ਅੰਦਰ ਪਰੋਇਆ ਹੋਇਆ ਹੈ। ਭਗਤ ਨਾਮਦੇਵ ਸਾਹਿਬ ਜੀਆਂ ਦੇ ਜਿਵੇਂ ਬੋਲ ਹਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿੰਦੇ ਉਸੇ ਤਰ੍ਹਾਂ ਜਿਵੇਂ ਮਾਲਾ ਦੇ ਅੰਦਰ ਮਣਕੇ ਪਰੋਏ ਹੋਵਣ, ਤੀਨ ਅਵਸਥਾ ਤਾਏ ਨਾ ਕੋਈ ਉਸ ਪਰਿਪੂਰਨ ਪਰਮਾਤਮਾ ਇਹਨਾਂ ਤਿੰਨਾਂ ਮਾਇਆ ਦੇ ਤਿੰਨਾਂ ਗੁਣਾ ਤੋਂ ਲਾਂਭੇ ਹੈ। ਰਜੋ ਨਹੀਂ, ਤਮੋ ਨਹੀਂ, ਸਤੋ, ਉਹ ਇਹਨਾਂ ਤੋਂ ਪਾਸੇ ਹੈ। ਅਹੇ ਤੁਰੀ ਸਾਖੀ ਐ ਸੋਈ ਉਹ ਕੀ ਹੈ? ਤੁਰੀਆ ਅਵਸਥਾ ਵਿੱਚ ਦ੍ਰਿਸ਼ਟਾ ਹੋ ਕੇ ਵੇਖਦਾ ਹੈ। ਐਸੋ ਜੇ ਨਿਜ ਲਖੋ ਸਰੂਪਾ ਜੇ ਤੁਸੀਂ ਵੀ ਭਾਈ ਇਸੇ ਤਰ੍ਹਾਂ ਦ੍ਰਿਸ਼ਟਾ ਹੋ ਕੇ ਵੇਖੋ, ਸਰੀਰ ਨੂੰ ਦ੍ਰਿਸ਼ਟਾ ਹੋ ਕੇ ਵੇਖੋ। ਇਹ ਇੱਕ ਜਿਵੇਂ ਸਤਿਗੁਰੂ ਜੀ ਦੇ ਜੇ ਸ਼ਬਦ ਹੋਰ ਸਮਝਨੇ ਹੋਵਣ ਸਾਧ ਸੰਗਤ ਜੀ, ਜਿਹੜੀ ਮਹਾਰਾਜ ਜੀਆਂ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਹੈ ਘੋੜੀਆਂ, ਉੱਥੇ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਸਰੀਰ ਨੂੰ ਦੱਸਿਆ, ਦੇ ਤੇਜਣ ਜੀ ਰਾਮ ਉਪਾਈਆ ਰਾਮ। ਘੋੜੀ ਮਹਾਰਾਜ ਜੀਆਂ ਨੇ ਦਿੱਤੀ ਸਫ਼ਰ ਕਰਨ ਵਾਸਤੇ। ਆਤਮਾ ਸਫ਼ਰ ਹੀ ਤਾਂ ਕਰ ਰਹੀ ਆ ਘੋੜੀ ਉੱਪਰ ਚੜ ਕੇ, ਜੀਵ ਆਤਮਾ ਸਫ਼ਰ ਕਰ ਰਿਹਾ ਹੈ ਇਸ ਘੋੜੀ ਦੇ ਉੱਪਰ ਚੜ ਕੇ। ਦੇ ਤੇਜਣ ਜੀ ਰਾਮ ਉਪਾਈਆ ਰਾਮ। ਪਰਮਾਤਮਾ ਨੇ ਦਿੱਤੀ ਇਸ ਮਨੁਏ ਨੇ, ਆਤਮਾ ਨੇ ਇਹਦਾ ਜਿਹੜਾ ਸਫ਼ਰ ਕੀਤਾ, ਜੋ ਆ ਸਫ਼ਰ ਹੀ ਆਪਾਂ ਕਰ ਰਹੇ ਹਾਂ, ਚੰਗੇ ਪਾਸੇ ਜੇ ਲੈ ਆਈ, ਜੇ ਉਹ ਜਿਵੇਂ ਅੰਦਰ ਨੇ ਪ੍ਰੇਰਿਆ ਉਸੇ ਪਾਸੇ ਨੂੰ ਚੱਲ ਪਈ। ਤੇ ਭਗਤ ਪ੍ਰਹਿਲਾਦ ਜੀ ਉਹ ਸਾਰਾ ਪੇ ਬਿਆਨ ਕਰਦੇ ਹਨ। ਕਹਿੰਦੇ ਦ੍ਰਿਸ਼ਟਾ ਹੋ ਕੇ ਵੇਖੋ, ਇਹ ਜੋ ਬਣ ਰਿਹਾ ਹੈ, ਜੋ ਸੰਸਾਰ ਦੇ ਅੰਦਰ, ਇਹਦੇ ਤੋਂ ਨਿਰਲੇਪ ਹੋ ਕੇ ਵੱਖ ਹੋ ਕੇ ਵੇਖੋ, ਜਿਵੇਂ ਸਾਵੇਂ ਕੋਈ ਫਿਲਮ ਚੱਲਦੀ ਹੋਵੇ। ਉਹਦੇ ਅੰਦਰ ਦੁੱਖ ਸੁੱਖ ਨੇ, ਹਾਂ ਜੇ ਉਹਨੂੰ ਤੁਸੀਂ ਆਪ ਵਿੱਚ ਹੋ ਕੇ ਮੰਨਣ ਦੀ ਕੋਸ਼ਿਸ਼ ਕਰੋਗੇ, ਫਿਰ ਦੁੱਖ ਵੀ ਨੇ, ਫਿਰ ਸੁੱਖ ਵੀ ਨੇ। ਫਿਰ ਉਹਦਾ ਲੇਪ ਜੀਵ ਆਤਮਾ ਦੇ ਉੱਪਰ ਹੈ, ਦੁੱਖ ਵੀ ਨੇ, ਸੁੱਖ ਵੀ ਨੇ। ਤੇ ਜੇ ਭਾਈ ਵੱਖਰੇ ਹੋ ਕੇ ਵੇਖੋਗੇ, ਫਿਰ ਤੁਸੀਂ ਇੱਕ ਦ੍ਰਿਸ਼ਟਾ ਬਣ ਕੇ ਤੁਸੀਂ ਉਹਨੂੰ ਭਾਈ ਵੇਖ ਰਹੇ ਹੋ, ਵੱਖਰੇ ਹੋ ਕੇ ਵੇਖ ਰਹੇ ਹੋ। ਕਹਿੰਦੇ ਇਸ ਪ੍ਰਕਾਰ ਤੁਸੀਂ ਜਗਤ ਨੂੰ ਵੇਖੋ। ਮੰਨਣਾ ਹੈ, ਪਰਿਵਾਰ ਨੂੰ ਮੰਨਣਾ ਹੈ, ਪਰਿਵਾਰ ਵਿੱਚ ਰਹਿਣਾ ਹੈ, ਵੱਖਰੇ ਤਾਂ ਨਹੀਂ। ਹਾਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਇਹ ਵੇਖੀਏ ਵੀ ਹਾਂ ਰੱਬ ਜੀ ਨੇ ਇਹ ਸਾਰਾ ਇੱਕ ਪਰਿਵਾਰ ਮੈਨੂੰ ਦਿੱਤਾ, ਮਾਤਾ ਦੇ ਦਿੱਤੀ, ਪਿਤਾ ਜੀ ਦੇ ਦਿੱਤੇ, ਭੈਣ ਭਰਾ ਸਖਾ ਬੰਧੂ ਹਨ, ਪਰ ਅਸੀਂ ਇਹ ਸੰਜੋਗੀ ਮੇਲਾ ਹੈ, ਸਦੀਵੀ ਨਹੀਂ। ਸਾਈਡ ਤੇ ਹੋ ਕੇ ਵੇਖੋ, ਦ੍ਰਿਸ਼ਟਾ ਹੋ ਕੇ ਵੇਖੋ। ਇਹ ਜਿਹੜਾ ਨਿਰਮਲ ਉਪਦੇਸ਼ ਭਗਤ ਜੀ ਦੇਣ ਲੱਗੇ, ਪਾਵੋਗੇ ਤਬ ਆਨੰਦ ਅਨੂਪਾ। ਕਹਿੰਦੇ ਆਨੰਦ ਹੀ ਆਨੰਦ ਹੈ, ਫਿਰ ਅਨੂਪਮ ਆਨੰਦ ਤੁਸੀਂ ਪਾਵੋਗੇ। ਜਨਮ ਮੂਲ ਜਾਨੋ ਅਗਿਆਨਾ। ਔਰ ਕਹਿੰਦੇ ਜੇ ਜਨਮ ਦਾ ਜਿਹੜਾ ਮੂਲ ਹੈ ਉਹ ਅਗਿਆਨਤਾ ਹੈ। ਜਨਮ ਦਾ ਮੂਲ ਕੀ ਹੈ? ਉਹ ਹੈ ਅਗਿਆਨਤਾ। ਅਗਿਆਨਤਾ ਬਸ
ਜਿਹਦੇ ਕਾਰਨ ਇਸ ਜੀਵ ਦਾ ਜਨਮ ਹੁੰਦਾ ਹੈ। ਪਾਪ ਪੁੰਨ ਕੋ ਧਰ ਕਰ ਮਾਨਾ, ਔਰ ਪਾਪ ਤਥਾ ਪੁੰਨ ਨੂੰ ਮਨ ਅੰਦਰ ਧਾਰਨ ਕਰਕੇ ਅਨਕ ਜੋਨ ਪਾਵੋ ਦੁਖ ਭਾਰੀ, ਔਰ ਅਨੇਕਾਂ ਜੂਨਾਂ ਅੰਦਰ ਤੁਸੀਂ ਇਹ ਭਾਰੀ ਦੁੱਖ ਪਾਉਂਦੇ ਹੋ। ਜਾਏ ਵਾਸ਼ਨਾ ਕੇ ਅਨੁਸਾਰੀ, ਔਰ ਜੀਵ ਵਾਸ਼ਨਾ ਦਾ ਬੱਧਾ ਹੀ ਸੰਸਾਰ ਵਿੱਚ ਆਉਂਦਾ ਹੈ, ਵਾਸ਼ਨਾ ਦਾ ਬੱਧਾ ਸੰਸਾਰ ਤੋਂ ਤੁਰਿਆ ਜਾਂਦਾ ਹੈ। ਕਿਉਂ? ਕਿਉਂਕਿ ਉਹ ਵਾਸ਼ਨਾ ਦਾ ਲੇਪ ਫਿਰ ਇਹਨੂੰ ਜੀਵ ਆਤਮਾ ਦੇ ਉੱਪਰ ਵੀ ਲੱਗ ਗਿਆ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਬੜੇ ਵਿਸਥਾਰ ਦੇ ਨਾਲ ਇਸ ਪ੍ਰਕਰਨ ਨੂੰ, ਇਸ ਵਿਸ਼ੇ ਨੂੰ ਖੋਲਦੇ ਸਨ। ਕਹਿੰਦੇ ਵੀ ਜਿਸ ਪ੍ਰਕਾਰ ਜੀਵ ਵੱਖ-ਵੱਖ ਥਾਵਾਂ ਤੋਂ ਆਉਂਦਾ, ਗਲੀਆਂ ਵਿੱਚੋਂ ਆਉਂਦਾ, ਸੜਕ ਤੋਂ ਆਉਂਦਾ, ਪਹੀਆਂ ਤੋਂ ਆਉਂਦਾ, ਮਿੱਟੀ ਦੇ ਕਣ ਆਪਣੇ ਘਰ ਤੱਕ ਲੈ ਆਉਂਦਾ ਹੈ ਆਪਣੇ ਪੈਰਾਂ ਦੇ ਨਾਲ, ਜੀਵ ਆਤਮਾ ਵੀ ਸਫ਼ਰ ਕਰਦੀ ਕਰਦੀ ਮੈਲ ਨੂੰ ਆਪਣੇ ਨਾਲ ਲਈ ਆਉਂਦੀ ਹੈ। ਵੱਖ-ਵੱਖ ਥਾਵਾਂ ਤੋਂ ਆਉਂਦੀ ਹੋਈ ਜੀਵ ਆਤਮਾ ਨੂੰ ਵੀ ਫਿਰ ਮੈਲ ਆਪਣੇ ਨਾਲ ਲਈ ਆਉਂਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇਹਨੂੰ ਫਿਰ ਜਨਮਾਂ ਜਨਮਾਂਤਰਾਂ ਦੀ ਮੈਲ ਇਹਨੇ ਆਪਣੇ ਆਪ ਨੂੰ ਲਵਾ ਲਈ ਹੈ, ਕਿਉਂਕਿ ਇਹਨੇ ਫਿਰ ਉਹ ਸਾਰੇ ਨੂੰ ਆਪ ਨਾਲ ਰਹਿ ਕੇ ਭੋਗਿਆ ਹੈ, ਜਿਹਦੇ ਕਾਰਨ ਫਿਰ ਵਾਸ਼ਨਾ ਦਾ ਬੱਧਾ ਜੀਵ ਆਉਂਦਾ ਤਥਾ ਜਾਂਦਾ ਹੈ। ਸੋ ਉਰਤੇ ਪਰ ਹਰ ਬਿਦ ਨੀਕੇ, ਭਾਈ ਤੁਸੀਂ ਹੈ ਸੰਗੀ ਸਾਥੀ ਦੋਸਤੋ, ਤੁਸੀਂ ਵੀ ਇਹਨੂੰ ਆਪਣੇ ਤੋਂ ਦੂਰ ਕਰੋ। ਪਾਵੋ ਆਨੰਦ ਭਾਵ ਤੇ ਜੀ ਕੇ, ਤੁਸੀਂ ਫਿਰ ਆਨੰਦ ਦੇ ਨਾਲ ਤੁਸੀਂ ਆਪਣਾ ਮਨ ਭਾਉਂਦਾ ਅੰਦਰ ਦਾ ਪਰਮ ਆਨੰਦ ਤੁਸੀਂ ਪ੍ਰਾਪਤ ਕਰੋ। ਨਾਰਦ ਜੇ ਬਿਦ ਮੁਝੇ ਸੁਨਾਵਾ, ਜਿਸ ਪ੍ਰਕਾਰ ਮੈਨੂੰ ਨਾਰਦ ਜੀ ਨੇ ਮੈਨੂੰ ਬਚਨ ਸੁਣਾਇਆ ਹੈ, ਤਹਿ ਪ੍ਰਕਾਰ ਅਬ ਤੁਮ ਪ੍ਰਤ ਗਾਵਾ, ਔਰ ਇਸੇ ਤਰ੍ਹਾਂ ਹੀ ਇਹ ਆਪ ਜੀ ਦੇ ਨਾਲ ਮੈਂ ਸਾਂਝਾ ਕਰ ਦਿੱਤਾ। ਆਪਣੇ ਦੋਸਤਾਂ ਨੂੰ ਲੱਗੇ ਕਹਿਣ, ਜਦੋਂ ਪੜ੍ਹਨੇ ਹਾਂ ਭਗਤ ਜੀਆਂ ਦੇ ਪਾਵਨ ਪਵਿੱਤਰ ਬੋਲ, ਉਹ ਕਹਿੰਦੇ ਹਨ ਰਾਮ ਨਾਮ ਜਪਬੋ ਕਰੈ, ਹਿਰਦੈ ਹਰਿ ਜੀ ਕੋ ਸਿਮਰਨ ਤਰੈ। ਕਹਿੰਦੇ ਆਪ ਵੀ ਰੱਬ ਦਾ ਨਾਮ ਲੈਂਦਾ ਹੈ, ਪਰਮਾਤਮਾ ਦਾ ਨਾਮ, ਤੇ ਜਿੰਨੇ ਨਾਲ ਦੇ ਦੋਸਤ ਨੇ ਉਹਨਾਂ ਨੂੰ ਵੀ ਵਿਗਾੜ ਦਿੱਤਾ ਹੈ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਹ ਨਹੀਂ ਸਮਝਦੇ, ਵਿਗੜੇ ਨਹੀਂ, ਉਹ ਤਾਂ ਸਗੋਂ ਉਹਨਾਂ ਦਾ ਵੀ ਜਨਮ ਸਵਰ ਗਿਆ। ਚਟਿਆ ਸਭੇ ਬਿਗਾਰੇ, ਰਾਮ ਕਹੈ ਕਰ ਤਾਲ ਬਜਾਵੈ, ਚਟਿਆ ਸਭੇ ਬਿਗਾਰੇ। ਕਹਿੰਦੇ ਨਾਲ ਆ ਤਾਲ ਬੰਨ ਕੇ ਨਾ, ਦੋਵਾਂ ਹੱਥਾਂ ਦੇ ਨਾਲ ਤਾਲ ਬੰਨ ਕੇ ਕਹਿੰਦੇ ਰੱਬ ਦਾ ਨਾਮ ਜਪਦੇ ਨੇ, ਦੋਵਾਂ ਹੱਥਾਂ ਦੇ ਨਾਲ ਤਾਲ ਦੇ ਨਾਲ ਰੱਬ ਦਾ ਗੁਣ ਗਾਉਂਦੇ ਹਨ। ਆਪ ਵੀ ਗਾਉਂਦੇ ਨੇ, ਦੋਸਤ ਵੀ ਕੋਲੋਂ ਹਾਮੀ ਭਰਦੇ ਨੇ। ਉਹ ਸਾਰੇ ਇਕੱਠੇ ਹੋ ਕੇ ਇਸ ਪ੍ਰਕਾਰ ਰੱਬ ਦਾ ਨਾਮ ਲੈਂਦੇ ਨੇ। ਭਗਤ ਨਾਮਦੇਵ ਜੀ ਲਿਖਦੇ ਹਨ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਜਿਵੇਂ ਮੈਨੂੰ ਨਾਰਦ ਜੀ ਨੇ ਉਪਦੇਸ਼ ਦਿੱਤਾ, ਉਹ ਮੈਂ ਆਪ ਜੀਆਂ ਨਾਲ ਸਾਂਝ ਪਾ ਦਿੱਤੀ ਹੈ। ਅਰਪੋ ਕਰਮ ਵਿਸ਼ਨ ਪਗ ਮਾਈ, ਆਪਣੇ ਜਿਹੜੇ ਸ਼ੁਭ ਕਰਮ ਨੇ ਪ੍ਰਮਾਤਮਾ ਦੇ ਚਰਨਾਂ ਦੇ ਅੰਦਰ, ਵਿਸ਼ਨੂੰ ਦੇ ਚਰਨਾਂ ਦੇ ਅੰਦਰ ਅਰਪਿਤ ਕਰੋ। ਹੋਏ ਨਿਹ ਕਾਮ ਨਾਮ ਭਜ ਤਾਈ, ਨਿਹਕਾਮੀ ਹੋ ਕੇ ਸਾਹਿਬ ਦਾ ਤੁਸੀਂ ਸਿਮਰਨ ਕਰੋ, ਨਿਹਕਾਮੀ ਹੋ ਕੇ ਵੱਡਾ ਸੁਖ ਪ੍ਰਾਪਤ ਕਰੋਗੇ। ਸੁਨ ਉਪਦੇਸ਼ ਸਭੇ ਤਬ ਬਾਲਿਕ, ਉਸ ਪ੍ਰਕਾਰ ਉਹਨਾਂ ਸਾਰਿਆਂ ਨੇ ਉਪਦੇਸ਼ ਸੁਣ ਕਰਕੇ ਉਪਜੀ ਭਗਤ ਹਿਰਦੇ ਦੁਖ ਘਾਲਕ, ਸਾਰਿਆਂ ਦੇ ਹਿਰਦੇ ਅੰਦਰ, ਬੱਚਿਆਂ ਦੇ ਹਿਰਦੇ ਦੇ ਅੰਦਰ ਪ੍ਰੇਮ ਆ ਗਿਆ। ਸਿਮਰਨ ਲਗੇ ਵਾਹਿਗੁਰੂ ਨਾਮ ਸੁਖਕਾਰੀ, ਕਹਿੰਦੇ ਉਹਨਾਂ ਨੂੰ ਵੀ ਨਾਲ ਜਿਹੜੇ ਸੰਗੀ ਸਾਥੀ ਸਨ, ਉਹ ਵੀ ਨਾਲ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪਏ। ਸਾਹਿਬ ਜੀਆਂ ਦੇ ਸਿਮਰਨ ਅੰਦਰ ਨਾਲ ਜੁੜਨ ਲੱਗ ਗਏ। ਹਰ ਗੁਣ ਗਾਏ ਪ੍ਰੇਮ ਕਰ ਭਾਰੀ, ਉਹ ਵੀ ਗੁਣਾਂ ਨੂੰ ਲੱਗੇ ਗਾਉਣ, ਵੱਡੇ ਪ੍ਰੇਮ ਦੇ ਨਾਲ, ਵੱਡੇ ਪ੍ਰੇਮ ਦੇ ਨਾਲ ਸਾਹਿਬ ਦੇ ਗੁਣਾਂ ਨੂੰ ਗਾਉਣ ਲੱਗੇ ਹਨ। ਉਠਤ ਬੈਠਤ ਗਵਨਤ ਤਬਈ, ਉੱਠਦਿਆਂ ਬਹਿੰਦਿਆਂ ਆਉਂਦਿਆਂ ਜਾਂਦਿਆਂ ਨਾਮ ਪੁਕਾਰੇ ਹਰ ਹਰ ਸਭਈ, ਸਾਰੇ ਕਹਿੰਦੇ ਉੱਠਦਿਆਂ ਉੱਠਦਿਆਂ ਹਰੀ 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 ਹਰੀ। ਇਸ ਪ੍ਰਕਾਰ ਸਾਹਿਬ ਦੇ ਗੁਣਾਂ ਨੂੰ ਗਾਉਣ ਲੱਗੇ। ਸ਼ੁਕਰ ਸਵਨ ਅਸਰੀਤ ਬਿਲੋਕੀ, ਉਹ ਜਿਹੜੇ ਹੁਣ ਸੰਡਾ ਮਰਕਾ ਸਨ, ਜਿਹੜੇ ਇਹਨਾਂ ਦੇ ਉਸਤਾਦ ਲੋਕ ਸਨ,
ਕਹਿੰਦੇ ਉਹਨਾਂ ਨੇ ਸ਼ੁਕਰ ਦੇ ਪੁੱਤਰਾਂ ਨੇ ਸੁਣ ਕੇ ਵੀ ਇਹ ਕੀ ਗੱਲ ਬਣੀ ਹੈ। ਭੀ ਕੁਚਾਲ ਲਖ ਸਭ ਮਤ ਸ਼ੋਕੀ। ਕਹਿੰਦੇ ਉਹ ਬੜੇ ਸ਼ੋਕਵਾਨ ਹੋਏ, ਚਿੰਤਾਤੁਰ ਹੋਏ ਪੁੱਠੀ ਮਤ ਵੇਖ ਕਰਕੇ। ਜਸ ਪਦ ਲੀਨ ਆਪਨੇ ਸਾਥਾ। ਇਸ ਪ੍ਰਕਾਰ ਆਪਣੇ ਨਾਲ ਉਹਨਾਂ ਨੇ ਗਏ ਹੁਤੋ ਜੈ ਦਾਨਵ ਨਾਥਾ। ਉਸੇ ਵਕਤ ਦੀ ਭਗਤ ਜੀਆਂ ਨੂੰ ਖੋਲ ਕੇ ਜਿੱਥੇ ਬੰਨੇ ਹੋਏ ਹਨ ਭਗਤ ਪ੍ਰਹਿਲਾਦ ਜੀ, ਉਹਨਾਂ ਨੂੰ ਖੋਲ ਕਰਕੇ ਨਾਲ ਲੈ ਕੇ ਉਸੇ ਵਕਤ ਬਾਹੋਂ ਪੜ ਕੇ ਹਰਨਾਕਸ਼ ਦੇ ਕੋਲ ਲੈ ਗਏ। ਨਿਜ ਸੁਤ ਕੋ ਅਬ ਰਖੋ ਅਗਾਰਾ। ਕਹਿੰਦੇ ਇੱਥੇ ਰੱਖ ਲੋ, ਅਸੀਂ ਨਹੀਂ ਪੜਾ ਸਕਦੇ ਤੇਰੇ ਪੁੱਤਰ ਨੂੰ ਅਸੀਂ ਨਾਲ। ਹੁਣ ਭਗਤ ਪ੍ਰਹਿਲਾਦ ਜੀਆਂ ਬਾਬਾ ਤੁਸੀਂ ਇਹਨੂੰ ਇੱਥੇ ਹੀ ਰੱਖ ਲਵੋ, ਅਸੀਂ ਨਾਲ ਨਹੀਂ, ਆਪਣੇ ਘਰ ਨਹੀਂ ਲਿਜਾ ਸਕਦੇ। ਸਰਬ ਬਿਗਾਰੀ ਇਨ ਚਟ ਸਾਰਾ। ਤੇ ਸਾਰੀ ਚਟਸਾਲਾ ਵਿਗਾੜ ਦਿੱਤੀ ਹੈ, ਸਾਰੇ ਸਾਥੀਆਂ ਨੂੰ ਸੰਗੀਆਂ ਨੂੰ ਵਿਗਾੜ ਦਿੱਤਾ ਹੈ। ਰੰਜਕ ਡਰ ਨੇ ਮਨ ਮੈਂ ਮਾਨੇ। ਇਹਦੇ ਤੇ ਭੂਰਾ ਮਾਤਰ ਵੀ ਡਰ ਨਹੀਂ ਮੰਨਿਆ ਸਾਡਾ। ਭਗਤ ਕਰਨ ਸਭ ਬਾਲ ਸਿਖਾਨੇ। ਖੱਲੇ ਆਪਣੀ ਭਗਤੀ ਕਰਦੇ ਨਾਲਦਿਆਂ ਨੂੰ ਵੀ ਭਗਤੀ ਸਿਖਾ ਦਿੱਤੀ ਹੈ। ਇਹ ਹੈ ਸੰਗਤ ਦਾ ਵੱਡਾ ਗੁਣ। ਕਹਿੰਦੇ ਆਪ ਹੀ ਨਹੀਂ, ਨਾਲ ਦੋਸਤਾਂ ਨੂੰ ਵੀ ਭਗਤੀ ਸਿਖਾਲ ਦਿੱਤੀ ਹੈ। ਦੈਂਤ ਰਾਜ ਅਗਿਆਨ ਅਰੂਡਾ। ਹੁਣ ਦੈਂਤ ਰਾਜ ਹਰਨਾਕਸ਼ ਜਿਹੜਾ ਅਗਿਆਨੀ ਸੀ, ਵੱਡਾ ਅਗਿਆਨੀ, ਮਨ ਹੰਕਾਰ ਵੱਡੋ ਮਤ ਮੂਡਾ। ਮਨ ਦੇ ਅੰਦਰ ਵੱਡਾ ਅਹੰਕਾਰ, ਮੂਰਖ ਜਿਹਦਾ ਹਿਰਦਾ ਹੋ ਗਿਆ ਹੈ। ਜਾਗਿਓ ਹਿਰਦੇ ਕ੍ਰੋਧ ਬਿਸਾਲਾ। ਉਹਦੇ ਹਿਰਦੇ ਅੰਦਰ ਬੜਾ ਵੱਡਾ ਕ੍ਰੋਧ ਪੈਦਾ ਹੋਇਆ। ਮਨੋ ਦੂਸਰੀ ਪ੍ਰਗਟੀ ਜਵਾਲਾ। ਦੂਸਰੀ ਜਵਾਲਾ ਪ੍ਰਗਟ ਹੋ ਗਈ ਹੋਵੇ, ਇੰਨਾ ਹਿਰਦੇ ਅੰਦਰ ਕ੍ਰੋਧ ਉਹਦੇ। ਇੱਕੋ ਦਮ ਜਿਵੇਂ ਕ੍ਰੋਧ ਭਾਂਬੜ ਵਲ ਕੇ ਉੱਠ ਪਿਆ। ਤਿਰਛੇ ਕਰਕੇ ਨੈਣ ਤੇਰੇ। ਉਹ ਵਾਰ ਟੇਢੇ ਭਵੱਟੇ ਕਰਕੇ ਅੱਖਾਂ ਕਰਕੇ ਭਗਤ ਪ੍ਰਹਿਲਾਦ ਜੀ ਵੱਲ ਵੇਖਣ ਲੱਗਾ। ਬੋਲਤ ਪਾਦੁਰ ਬਚਨ ਕਨੇਰੇ। ਉਸੇ ਵਕਤ ਹੀ ਦੁਰ ਬਚਨ, ਭੈੜੇ ਬਚਨ ਭਗਤ ਪ੍ਰਹਿਲਾਦ ਜੀ ਨੂੰ ਕਹਿਣ ਲੱਗਾ ਹੈ। ਇੰਨੇ ਗੁੱਸੇ ਕ੍ਰੋਧਿਤ ਹੋ ਕਰਕੇ। ਮੰਦ ਮਤੀਰੇ ਮੂੜ ਕੋ ਭਾਗੀ। ਤੂੰ ਮੰਦ ਮਤੀ ਹੈ, ਪੁੱਠੀ ਮਤ ਹੈ, ਕੂੜ ਹੈ, ਤੂੰ ਮੂਰਖ ਹੈ। ਮਹਾ ਅਦਮ ਕੁਲ ਰੀਤ ਤਿਆਗੀ। ਤੂੰ ਸਾਰੀ ਕੁਲ ਰੀਤੀ ਜਿਹੜੀ ਹੈ, ਦੈਂਤਾਂ ਦੀ ਕੁਲ ਰੀਤੀ ਤੂੰ ਤਿਆਗ ਦਿੱਤੀ ਹੈ। ਕਾਲ ਨਿਕਟ ਆਵਾ ਅਬ ਤੇਰੇ। ਹੁਣ ਤੇਰਾ ਕਾਲ ਤੇਰੇ ਕੋਲ ਆ ਗਿਆ ਹੈ, ਤੇਰੀ ਮੌਤ ਤੇਰੇ ਕੋਲ ਹੈ। ਆਇਸ ਮੇਟ ਤੋ ਹੋਵਤ ਮੇਰੇ। ਤੂੰ ਮੇਰੇ ਹੁਕਮ ਨੂੰ, ਤੂੰ ਮੇਰੀ ਆਗਿਆ ਨੂੰ ਟਾਲਦਾ ਹੈ। ਸਾਰੇ ਪਾਸੇ ਮੇਰਾ ਹੁਕਮ ਚੱਲਦਾ ਹੈ, ਦੇਵਤੇ ਮੇਰਾ ਹੁਕਮ ਨਹੀਂ ਮੋੜਦੇ, ਤੂੰ ਮੇਰਾ ਹੁਕਮ ਮੋੜਦਾ ਹੈ, ਤੇਰੀ ਮੌਤ ਸਿਰ ਤੇ ਆਈ ਹੈ। ਕਹਿ ਬਲ ਕੇ ਅਲੰਬ ਕੁਲ ਘਾਤੀ। ਤੂੰ ਸਾਰੇ ਕੁਲ ਘਾਤੀ ਹੈ, ਕੁਲ ਦਾ ਨਾਸ਼ ਕਰਨ ਵਾਲਾ ਹੈ। ਅਸ ਕਹਿ ਹਾਨੀ ਲਾਤ ਮਮ ਛਾਤੀ। ਭਗਤ ਜੀ ਕਹਿੰਦੇ ਇੰਨੀ ਉੱਚੀ ਕਹਿੰਦਿਆਂ ਸਾਰ ਮੈਂ ਹੇਠਾਂ ਖਲੋਤਾ ਸਾਂ, ਆਪ ਉੱਚੀ ਥਾਂ ਤੋਂ ਖਲੋਤਿਆਂ ਮੇਰੀ ਛਾਤੀ ਵਿੱਚ ਜ਼ੋਰ ਦੀ ਲੱਤ ਉਹਨਾਂ ਨੇ ਮਾਰੀ ਹਰਨਾਕਸ਼ ਨੇ। ਪਿਤਾ ਜੀ ਨੇ ਇਸ ਪ੍ਰਕਾਰ ਗੁੱਸੇ ਹੋ ਕਰਕੇ ਸੀਨੇ ਵਿੱਚ ਲੱਤ ਮਾਰੀ ਹੈ। ਬਿਕਸੀ ਬਾਨੀ ਬਖਤ ਬੌਰੀ। ਔਰ ਉਸੇ ਤਰ੍ਹਾਂ ਹੀ ਟੇਢੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਬੋਲਿਓ ਮੈਂ ਤਬ ਦੋਏ ਕਰ ਜੋਰੀ। ਕਹਿੰਦੇ ਫਿਰ ਮੈਂ ਦੋਵੇਂ ਹੱਥ ਜੋੜ ਕਰਕੇ ਪਿਤਾ ਜੀ ਨੂੰ ਕਿਹਾ ਹੈ, ਪਿਤਾ ਜੋ ਕਰੋ ਕ੍ਰੋਧਿਤ ਬਾਦੂ। ਵਾਧੂ ਦਾ ਕਿਉਂ ਕ੍ਰੋਧ ਪਏ ਕਰ ਰਹੇ ਹੋ ਪਿਤਾ ਜੀ, ਗੱਲ ਕੀ ਹੋਈ? ਇੰਨਾ ਵਾਧੂ ਦਾ ਕ੍ਰੋਧ ਕਿਉਂ ਕਰ ਰਹੇ ਹੋ? ਕੈਸੇ ਬਿਕਸਮ ਬੋਲਤ ਨਾਦੂ। ਤੁਸੀਂ ਇੰਨੇ ਕ੍ਰੋਧਿਤ ਭਰੇ ਬੋਲ ਅਜਾਈ ਹੀ ਬੋਲ ਰਹੇ ਹੋ। ਨੈ ਤਵ ਬਲ ਨੈ ਮਮ ਬਲ ਕੋ। ਨਾ ਤੁਹਾਡੇ ਵਿੱਚ ਕੋਈ ਬਲ ਹੈ, ਨਾ ਕੋਈ ਮੇਰੇ ਵਿੱਚ ਕੋਈ ਬਲ ਹੈ, ਇਹ ਤਾਂ ਕੋਈ ਵੱਖਰਾ ਹੈ। ਜੇ ਤੁਸੀਂ ਆਪਣੇ ਬਲ ਦਾ ਅਹੰਕਾਰ ਪਏ ਕਰਦੇ ਹੋ, ਕੋਈ ਪਤਾ ਨਹੀਂ ਕਿਸ ਸਮੇਂ ਉਹਨੇ ਛੀਨ ਖਿੱਚ ਲੈਣਾ ਹੈ ਇਹ ਬਲ। ਕਿਉਂਕਿ ਜਿਹੜੀ ਵਿੱਚ ਅੰਦਰ ਸ਼ਕਤੀ ਹੈ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਵਾਲੀ ਖੇਡ। ਕਹਿੰਦੇ ਜਿਸ ਬਲ ਦਾ ਤੁਸੀਂ ਅਹੰਕਾਰ ਪਏ ਕਰਦੇ ਹੋ, ਇਹਦਾ ਕੋਈ ਪਤਾ ਨਹੀਂ। ਕਬੀਰ ਗਰਬ ਨਾ ਕੀਜੀਆ ਦੇਹੀ, ਦੇਖ ਸੁਰੰਗ ਆਜ ਕਾਲ ਤਜ ਜਾਹੋਗੇ, ਜਿਉ ਕਾਂਚੁਰੀ ਭੁਯੰਗ। ਇਵੇਂ ਛੱਡ ਕੇ ਤੁਰ ਪਵੋਗੇ ਜਿਵੇਂ ਸੱਪ ਕੁੰਜ ਲਾ ਕੇ ਤੁਰਦਾ ਹੈ, ਪਤਾ ਵੀ ਨਹੀਂ ਲੱਗਦਾ। ਜਿਨ੍ਹਾਂ ਮਹਿਲ ਮਾੜੀਆਂ ਦਾ ਪਿਤਾ ਜੀ ਮਾਣ ਪਏ ਕਰਦੇ ਹੋ, ਕੋਈ ਪਤਾ ਨਹੀਂ। ਥੋੜੇ ਸਮੇਂ ਨੂੰ ਜਾ ਕਬਰਾਂ ਦੇ ਵਿੱਚ ਲੰਮੇ ਪੈਣਾ ਹੈ, ਉੱਪਰ ਜਾਮੈ ਘਾਸ ਤਥਾ ਉੱਪਰ ਘਾਹ ਉਗ ਪੈਣਾ ਹੈ, ਜਿਹੜੀ ਥਾਂ ਤੇ ਤੁਸੀਂ ਜਾ ਕੇ ਲੰਮੇ ਪੈਣਾ ਹੈ। ਕਿਸ ਬਲ ਦਾ ਤੁਸੀਂ ਅਹੰਕਾਰ ਪਏ ਕਰਦੇ ਹੋ? ਇਹ ਬਲ ਤੁਹਾਡੇ ਵਿੱਚ ਵੀ ਨਹੀਂ ਤਥਾ ਮੇਰੇ ਵਿੱਚ ਵੀ ਨਹੀਂ।
ਬਲੀ ਅਪਰ ਆਸ਼ਰੇ ਜਗ ਸੋ। ਕੋਈ ਵੱਖਰਾ ਹੈ ਜਿਹਦਾ ਜਗਤ ਆਸਰਾ ਹੈ, ਜਿਹਨੂੰ ਜਗਤ ਦਾ ਆਸਰਾ ਸਾਰਾ ਪਰਿਪੂਰਨ ਪਰਮਾਤਮਾ, ਉਹ ਵੱਖਰਾ ਹੈ। ਥਾਵਰ ਜੰਗਮ ਕੀਟ ਵਿਦਾਤਾ। और जितने भी ने जड़ ने चेतन ने पशु ने पंछी ने सारियां विच जै बस कर सब राखे ताता। हे पिता जी जिन्हें सारियां नू वस विच करके रखिया है। अत बलिष्ठ कालो कर कालो। ਉਹ ਕਾਲ ਦਾ ਵੀ ਮਹਾਕਾਲ ਹੈ ਪਰਿਪੂਰਨ ਪਰਮਾਤਮਾ। ਉਹ ਕਾਲ ਦਾ ਵੀ ਮਹਾਕਾਲ ਹੈ, ਕਾਲ ਨੂੰ ਵੀ ਖਤਮ ਕਰਨ ਵਾਲਾ। ਖਾਏ ਸਭੇ ਮੇਂਢਕ ਜਿਉ ਬਿਆਲੂ। ਕਹਿੰਦੇ ਉਹ ਤਾਂ ਜਿਵੇਂ ਸੱਪ ਮੇਂਢਕ ਨੂੰ ਖਾ ਜਾਂਦਾ ਹੈ, ਇਸ ਪ੍ਰਕਾਰ ਖਾਣ ਵਾਲਾ ਹੈ। ਬਲ ਜੋ ਮਨ ਤਨ ਵਿਖੇ ਰਖੀ ਕੰਗ। ਜਿਹੜਾ ਬਲ ਮਨ ਵਿੱਚ ਤਨ ਵਿੱਚ ਇੰਦਰੀਆਂ ਵਿੱਚ ਜਾਨੋ ਤੇ ਪ੍ਰਸਾਦ ਬਿਦਨੀ ਕੰਗ। ਇਹ ਤਾਂ ਸਮਝੋ ਵੀ ਉਹਦੀ ਕਿਰਪਾ ਹੈ ਜਿਹੜੇ ਚੱਲ ਰਿਹਾ ਹੈ ਬਲ ਵਿੱਚ। ਜਦੋਂ ਉਹਨੇ ਬਲ ਵਿੱਚੋਂ ਖਿੱਚ ਲਿਆ ਫਿਰ ਹਿੰਮਤ ਮਿਲਾ ਕੇ ਵੀ ਨਹੀਂ ਉੱਠਿਆ ਜਾਣਾ। ਤਜੋ ਸੁਭਾਉ ਅਸੁਰ ਨਿਜ ਜਾਤੀ। ਇਹ ਤੁਸੀਂ ਦੈਂਤਾਂ ਵਾਲਾ ਸੁਭਾਅ ਜਿਹੜਾ ਹੈ ਪਿਤਾ ਜੀ, ਫਿਰ ਇਹਨਾਂ ਥੋੜੇ ਕ੍ਰੋਧਿਤ ਹੋ ਕੇ ਕਹਿ ਦਿੱਤਾ ਜਿਹੜਾ ਦੈਂਤਾਂ ਵਾਲਾ ਸੁਭਾਅ ਪਾਲੀ ਫਿਰਦੇ ਹੋ ਨਾ, ਇਹਨੂੰ ਤੁਸੀਂ ਛੱਡ ਦੇਵੋ। ਮਨ ਜੀਤਨ ਬਿਦ ਕਰ ਭਲ ਭਾਂਤੀ। ਆਪਣੇ ਅੰਦਰ ਨੂੰ ਤੁਸੀਂ ਜਿੱਤਣਾ ਕਰੋ, ਆਪਣੇ ਅੰਦਰ ਦੇ ਤੁਸੀਂ ਜੇਤੂ ਬਣੋ। ਮਨ ਸਮਾਨ ਨੈ ਸ਼ਤਰੂ ਕੋ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਥੇ ਬਚਨ ਆਏ, ਕਹਿੰਦੇ ਮਨ ਵਰਗਾ ਕੋਈ ਦੁਸ਼ਮਣ ਨਹੀਂ ਤੇ ਮਨ ਵਰਗਾ ਕੋਈ ਪਿਆਰਾ ਨਹੀਂ। ਇਹਦੇ ਵਰਗਾ ਕੋਈ ਦੁਸ਼ਮਣ ਵੀ ਨਹੀਂ ਹੈ ਮਨ ਵਰਗਾ, ਤਥਾ ਮਨ ਵਰਗਾ ਕੋਈ ਮਿੱਤਰ ਵੀ ਨਹੀਂ। ਮਹਾਰਾਜ ਜੀ ਕਦੇ ਬਚਨ ਲਿਖਦੇ ਨੇ ਤੀਸਰੇ ਪਾਤਸ਼ਾਹ, ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰ ਨਾਲ। ਹੇ ਮੇਰਿਆ ਮਣਾ, ਕਿਤੇ ਇਹਨੂੰ ਮਨੁਏ ਨੂੰ ਪਿਆਰਾ ਕਹਿ ਦਿੱਤਾ, ਕਿਤੇ ਮਨੁਏ ਨੂੰ ਮਹਾਰਾਜੀਆਂ ਨੇ ਖੋਤਾ ਕਹਿ ਦਿੱਤਾ। ਖਰ ਕਾ ਪੈਖਰ ਜੋ ਤੋ ਛੁਟੈ ਜੋ ਉੱਪਰ ਲਾਦਾ। ਕਹਿੰਦੇ ਗਧੇ ਦਾ ਪੈਂਖੜਾ ਉਦੋਂ ਖੋਲਦੇ ਨੇ ਜਦੋਂ ਉੱਪਰ ਸਮਾਨ ਲੱਦ ਲੈਂਦੇ ਨੇ। ਪੈਂਖੜਾ ਪਾਇਆ ਨਾ ਖੋਤੇ ਦੇ ਪੈਰ ਦੇ ਅੰਦਰ, ਜੇ ਪਹਿਲਾਂ ਖੋਲ ਦਿੱਤਾ ਤੇ ਦਲੱਤਾ ਮਾਰਦਾ ਹੈ। ਜਦੋਂ ਸਮਾਨ ਉੱਪਰ ਲੱਦ ਲਿਆ ਫਿਰ ਉਹਦਾ ਪੈਂਖੜ ਖੋਲਦੇ ਨੇ ਵੀ ਹੁਣ ਨਹੀਂ ਇਹਨੇ ਲੱਤ ਮਾਰਨੀ, ਹੁਣ ਤੁਰਿਆ ਜਾਏਗਾ। ਮਹਾਰਾਜ ਕਹਿੰਦੇ ਕਦੇ ਮਨ ਨੂੰ ਪਿਆਰਾ ਕਹਿ ਦਿੱਤਾ, ਕਹਿੰਦੇ ਇਸ ਮਨ ਵਰਗਾ ਕੋਈ ਮੇਰਾ ਮਿੱਤਰ ਵੀ ਨਹੀਂ ਹੈ, ਰੱਬ ਨਾਲ ਜੋੜਨ ਦਾ ਕੰਮ ਕਰਦਾ ਹੈ। ਤੇ ਕਦੇ ਕਹਿ ਦਿੱਤਾ ਇਹਦੇ ਵਰਗਾ ਖੋਤਾ ਵੀ ਕੋਈ ਨਹੀਂ, ਪਤਾ ਨਹੀਂ ਦਲੱਤਾ ਕਿੱਥੇ ਮਾਰ ਦਵੇ। ਸੋ ਸਾਧ ਸੰਗਤ ਜੀ ਇਹ ਬੇਨਤੀ ਹੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਕੇ ਚਰਨ ਕਮਲਾਂ ਪਾਸ ਕਿ ਸਤਿਗੁਰੂ ਜੀ ਇਸ ਮਨੁਏ ਨੂੰ ਆਸਰਾ ਤੁਹਾਡਾ ਹੀ ਹੈ, ਧੀਰਜ ਤੁਸਾਂ ਨੇ ਹੀ, ਟਿਕ ਤੁਹਾਡੀ ਹੀ ਹੈ, ਤੁਸੀਂ ਹੀ ਇਸ ਮਨੁਏ ਦੀ ਅਗਵਾਈ ਕਰਨੀ ਹੈ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਬਾਣੀ ਅੰਦਰ ਮਨ ਜੀਤਾ ਜਗ ਜੀਤ ਜਾਂ ਕਿਤਨੇ ਹੀ ਮਨੁਏ ਦੇ ਸੰਬੰਧ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕਹਿ ਦਿੱਤੇ। ਬਾਬਾ ਕਬੀਰ ਸਾਹਿਬ ਜੀ ਤਾਂ ਕਹਿੰਦੇ ਹਨ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹਦੇ ਨਾਲ ਕੰਮ ਵੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਇਹਦੇ ਨਾਲ ਮੈਨੂੰ ਕੰਮ ਵੀ ਹੈ ਮਨ ਦੇ ਨਾਲ। ਮਨ ਸਾਧੇ ਸਿੱਧ ਹੋਏ, ਮਨ ਨੂੰ ਸਾਧ ਲਈਏ ਕੋਈ ਸਿੱਧ ਬਣ ਜਾਏਗਾ। ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹਦੇ ਵਰਗਾ ਕੋਈ ਹੋਰ ਹੈ ਵੀ ਨਹੀਂ ਹੈ। ਭਗਤ ਪ੍ਰਹਿਲਾਦ ਜੀ ਪਿਤਾ ਨੂੰ ਲੱਗੇ ਸਿੱਖਿਆ ਦੇਣ, ਕਹਿੰਦੇ ਇਹਦੇ ਵਰਗਾ ਕੋਈ ਸ਼ਤਰੂ ਵੀ ਨਹੀਂ ਹੈ, ਕਿਉਂਕਿ ਮੱਤ ਪੁੱਠੀ ਹੋ ਗਈ, ਮਨੁਏ ਨੇ ਮੱਤ ਪੁੱਠੀ ਕਰ ਦਿੱਤੀ। ਕਹਿੰਦੇ ਇਹਦੇ ਵਰਗਾ ਕੋਈ ਦੁਸ਼ਮਣ ਵੀ ਹੁਣ ਨਹੀਂ ਹੈ। ਅਨਕ ਜਨਮ ਜਗ ਦੇਵਤ ਜੋ। ਜਿਹੜਾ ਪਰਮਾਤਮਾ ਨਾਨਾ ਪ੍ਰਕਾਰ ਅਨੇਕਾਂ ਜਨਮ ਦਿੰਦਾ ਹੈ, ਸੋ ਵਸ ਕਰਨ ਕੋ ਕਰੋ ਉਪਾਉ। ਉਹਨੂੰ ਵਸ ਵਿੱਚ, ਰੱਬ ਨੂੰ ਵਸ ਵਿੱਚ, ਮਨੁਏ ਨੂੰ ਵਸ ਵਿੱਚ ਕਰਨ ਦਾ ਕੋਈ ਉਪਾਅ ਕਰੋ। ਇਸ ਮਨੁਏ ਨੂੰ ਤੁਸੀਂ ਵਸ ਵਿੱਚ ਕਰਨ ਦਾ ਉਪਾਅ ਕਰੋ। ਨੀਕੀ ਨੀਤੀ ਅਪਰ ਨੈ ਕਾਉ। ਹੋਰ ਕੋਈ ਵੀ ਢੰਗ ਤਰੀਕਾ ਨਹੀਂ, ਹੋਰ ਕਿਸੇ ਵੀ ਨੀਤੀ ਦੇ ਨਾਲ ਢੰਗ ਤਰੀਕੇ ਨਾਲ ਨਹੀਂ ਜਿੱਤਿਆ ਜਾਂਦਾ। ਸ਼ਬਦ ਸਪਰਸ਼ਾਦਿਕ ਏਕ ਹੋਰੇ। ਇਹਨੂੰ ਮਨੁਏ ਦੇ ਨਾਲ ਜਿਹੜੀ ਵੱਡੀ ਵੱਡੀ ਹੋਰ ਵੱਖਰੀ ਫੌਜ ਹੈ,
ਇਨ ਪਰ ਚੜਤ ਦਸੋਂ ਦਿਸ਼ ਦੋਰੇ ਇਹਨਾਂ ਘੋੜਿਆਂ ਉੱਪਰ ਚੜ ਕਰਕੇ ਇਹ ਮਨੁਆ ਦਸਾਂ ਦਿਸ਼ਾਵਾਂ ਵੱਲ ਭੱਜਦਾ ਹੈ। ਮਨ ਵਿਖਿਆਨ ਮੈਂ ਅਹੇ ਮਵਾਸੂ ਮਨ ਇਹਨਾਂ ਵਿਸ਼ਿਆਂ ਦੇ ਅੰਦਰ ਆਕੀ ਹੋਇਆ ਬੈਠਾ ਹੈ। ਇਹ ਗੱਲ ਮੰਨਣ ਵਾਸਤੇ ਤਿਆਰ ਹੀ ਨਹੀਂ ਹੈ। ਕਿਤਨੇ ਬੰਦਾ ਪ੍ਰਣ ਕਰਦਾ ਹੈ ਜੀਵਨ ਵਿੱਚ ਵੀ ਮੈਂ ਜਾ ਪ੍ਰਣ ਕੀਤਾ ਹੈ, ਮਨੂਏ ਤੋਂ ਬੰਦਾ ਫਿਰ ਹਾਰ ਜਾਂਦਾ ਹੈ। ਕਈ ਵਾਰ ਰਾਤ ਦੇ ਵੇਲੇ ਸੌਣ ਲੱਗਿਆ ਇੱਕ ਮਨ ਨੇ ਸਲਾਹ ਕੀਤੀ ਵੀ ਅੰਮ੍ਰਿਤ ਵੇਲੇ ਉੱਠਾਂਗੇ, ਦੂਸਰੇ ਮਨੂਏ ਨੇ ਜਦੋਂ ਸਵੇਰੇ ਉੱਠਣ ਲੱਗੇ ਨਹੀਂ ਕੋਈ ਗੱਲ ਨਹੀਂ ਸੌਂ ਜਾ, ਉਸ ਮਨੂਏ ਤੋਂ ਬੰਦਾ ਹਾਰ ਗਿਆ ਹੈ। ਇੱਕ ਮਨ ਨੇ ਸੌਣ ਲੱਗਿਆ ਸਲਾਹ ਕੀਤੀ, ਦੂਸਰਾ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੈ। ਹੁਣ ਉਸ ਮਨੂਏ ਨੇ ਜੀਵ ਨੂੰ ਹਰਾ ਦਿੱਤਾ ਆਪਣੀ ਵਿਚਾਰ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਵਿਦ ਸਤਿਗੁਰੂ ਜੀਆਂ ਨੇ ਬਚਨ ਪ੍ਰੇਰਿਤ ਅਨੇਕਾਂ ਕੀਤੇ ਹਨ। ਕਹਿੰਦੇ ਇਹ ਮਨੂਆ ਜਿਹੜਾ ਹੈ ਇਹਨਾਂ ਵਿਖਿਆਂ ਦੇ ਵਿੱਚ ਵਿਸ਼ਿਆਂ ਵਿੱਚ ਪੈ ਕਰਕੇ ਇਹ ਮਨੂਆ ਆਕੀ ਹੋਇਆ ਬੈਠਾ ਹੈ। ਵੱਡ ਹੰਕਾਰ ਕੋਟ ਦਿੜਤਾਸੂ ਅਹੰਕਾਰ ਦਾ ਇਹਨੇ ਕਿਲਾ ਉਸਾਰ ਲਿਆ। ਸ਼ਬਦ ਪੜ ਲੈਣਾ ਸਾਧ ਸੰਗਤ ਜੀਓ, ਕਿਉਂ ਲੀਜੈ ਗੜ ਬੰਕਾ ਪਾਈ। ਵੱਡਾ ਇਹਨੇ ਅਹੰਕਾਰ ਦਾ ਕਿਲਾ ਬਣਾਇਆ ਹੈ। ਕਾਮ ਕ੍ਰੋਧ ਲੋਭ ਆਦਿਕ ਜੇਈ ਔਰ ਨਾਲ ਇਹਦੇ ਕਿਹੜੇ ਨੇ ਕਾਮ ਹੈ, ਕ੍ਰੋਧ ਹੈ, ਲੋਭ ਇਹਦੇ ਨਾਲ ਸੰਗੀ ਸਾਥੀ ਨੇ ਮਨੂਏ ਨੂੰ ਬਚਾਉਣ ਵਾਲੇ। ਬਾਹਰ ਉਹਨਾਂ ਦੀ ਰੱਖਿਆ ਵਾਸਤੇ ਖਲੋਤੇ ਹੋਏ ਹਨ। ਸਰਬ ਸਹਾਇਕ ਜਾਨੋ ਤੇਈ ਇਹਨੂੰ ਸਾਰਿਆਂ ਨੂੰ ਇਹਨਾਂ ਦਾ ਸਹਾਇਕ ਸਮਝੋ। ਇਹਨਾਂ ਵਕਾਰਾਂ ਨੂੰ ਮਨੂਏ ਦੇ ਸਹਾਇਕ ਹਨ। ਇਹ ਜੋਦਾ ਦੁਰਜੇ ਸਭ ਮਾਈ ਇਹਨਾਂ ਨੂੰ ਜਿੱਤਣ ਤੋਂ ਬਿਨਾ ਮਹਾਬਲੀ ਜੀਤੇ ਕੋ ਤਾਈ ਇਸ ਮਹਾਬਲੀ ਨੂੰ ਤਾਂ ਹੀ ਜਿੱਤਿਆ ਜਾਣਾ ਹੈ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਧਾਰ ਗੁਦਾਰੇ ਸੋ ਪੂਰਾ ਏ ਕਲੀ ਰੇ। ਮਹਾਰਾਜ ਜੀ ਕਹਿੰਦੇ ਕਿਹੜਾ ਐਸਾ ਬਲੀ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਾਂ ਕੈ। ਆਤਮ ਜਿਨ੍ਹਾਂ ਦੀ ਗੱਲ ਕੀਤੀ ਅੰਦਰ ਦੇ ਜੇਤੂ ਆਕਾ ਸਤਿਗੁਰ ਪੂਰਾ ਜਿਹੜੇ ਅੰਦਰ ਦੇ ਜੇਤੂ ਨੇ ਭਾਈ ਉਹ ਹੀ ਬਾਹਰ ਦੇ ਵੀ ਜੇਤੂ ਸਾਧ ਸੰਗਤ ਜੀ ਉਹ ਹੀ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬਾਣੀ ਦੇ ਬੋਲ ਭਾਈ ਫਿਰ ਹੀ ਇਸ ਅੰਦਰ ਨੂੰ ਜਿੱਤਿਆ ਜਾਂਦਾ ਹੈ। ਜੇਕਰ ਬੂਝਿਓ ਚੈਤੇ ਉਪਾਉ ਜੇ ਤੁਸੀਂ ਕੋਈ ਉਪਾਅ ਪੁੱਛਣਾ ਚਾਹੁੰਦੇ ਹੋ ਸਤ ਸੰਗਤ ਮੈਂ ਕਰ ਚਿਤ ਚਾਉ ਸਤ ਸੰਗਤ ਵਿੱਚ ਮਿਲ ਕਰਕੇ ਤੁਸੀਂ ਚਿੱਤ ਜੋੜੋ। ਪਾਰ ਬ੍ਰਹਮ ਕੋ ਸਿਮਰਨ ਕੀਜੈ ਪਰਮਾਤਮਾ ਦਾ ਸਿਮਰਨ ਕਰੋ। ਹਉਮੈ ਕੋ ਉਰਤੇ ਤਜ ਦੀਜੈ ਹਉਮੈ ਨੂੰ ਆਪਣੇ ਹਿਰਦੇ ਤੋਂ ਦੂਰ ਕਰ ਦੇਵੋ। ਨਾਮ ਵਿਖੇ ਨਿਜ ਬ੍ਰਿਤੀ ਟਿਕਾਵੋ ਨਾਮ ਦੇ ਵਿੱਚ ਤੁਸੀਂ ਆਪਣੀ ਬਿਰਤੀ ਟਿਕਾ ਲਵੋ। ਜੇ ਤੁਸੀਂ ਗਿਆਨ ਲੈਣਾ ਚਾਹੁੰਦੇ ਹੋ ਅਪਰ ਸਰਬ ਸੰਕਲਪੇ ਹਟਾਵੋ ਹੋਰ ਜਿੰਨੇ ਬਾਕੀ ਸੰਕਲਪ ਨੇ ਉਹਨਾਂ ਨੂੰ ਹਟਾ ਦੇਵੋ। ਇਸ ਪ੍ਰਕਾਰ ਮਨ ਜੀਤਿਓ ਜਾਈ ਇਸ ਪ੍ਰਕਾਰ ਮਨੂਏ ਨੂੰ ਜਿੱਤਿਆ ਜਾ ਸਕਦਾ ਹੈ। ਸਰਬ ਦਿਗ ਵਿਜੇ ਤਬ ਤੋਂ ਪਾਈ ਫਿਰ ਤੁਸੀਂ ਇਹ ਵੱਡੀ ਜਿੱਤ ਪ੍ਰਾਪਤ ਕਰ ਸਕਦੇ ਹੋ ਸਾਰੇ ਸੰਸਾਰ ਨੂੰ ਜਿੱਤਣ ਦੀ ਫਿਰ ਤੁਸੀਂ ਜਿੱਤ ਸਕਦੇ ਹੋ। ਬਿਨ ਮਨ ਜੀਤੇ ਸੂਰ ਕਹਾਵੇ ਜੇ ਕੋਈ ਬਿਨਾ ਮਨੂਏ ਨੂੰ ਜਿੱਤਣ ਤੋਂ ਬਿਨਾ ਕੋਈ ਸੂਰਮਾ ਨਹੀਂ ਕਹਾ ਸਕਦਾ। ਅਧਿਕ ਆਪ ਕੋ ਬਲੀ ਗਿਨਾਵੇ ਜੇ ਕੋਈ ਵੱਡਾ ਆਪਣੇ ਆਪ ਨੂੰ ਬਲੀ ਗਿਨਾਵੇ ਮਹਿਤ ਪੁਰਖ ਤੈ ਜਾਣੇ ਮੂਡਾ ਉਹ ਪਰਮਾਤਮਾ ਨੂੰ ਮੂਰਖ ਹੀ ਜਾਣਦਾ ਹੈ। ਲਖ ਨ ਸਕਾਏ ਭੇਦ ਜੋ ਗੂਡਾ ਜਿਹੜਾ ਉਸ ਵੱਡੇ ਭੇਦ ਨੂੰ ਨਹੀਂ ਜਾਣ ਸਕਦਾ। ਸੁਨੀ ਸ਼੍ਰੋਨ ਮੈਂ ਜਬ ਅਸਬਾਨੀ ਜਦੋਂ ਹੁਣ ਆ ਜਿਹੜੇ ਬਚਨ ਸਨ ਸਾਧ ਸੰਗਤ ਜੀ ਜਦੋਂ ਹਰਨਾਕਸ਼ ਨੇ ਕੰਨਾਂ ਨਾਲ ਸੁਣੇ ਹਰਨ ਕਸ਼ਪ ਮਤ ਮੂੜ ਗੁਮਾਨੀ ਹਰਨ ਕਸ਼ਪ ਮਤ ਮੂੜ ਗੁਮਾਨੀ ਜੋ ਅੰਦਰ ਮੂਰਖ ਅਹੰਕਾਰੀ ਔਰ ਮੈਂ ਪ੍ਰਗਟੀ ਰਿਸੇ ਬਹੁਤੀ ਬਸ ਸੁਣਦਿਆਂ ਸਾਰ ਹੋਰ ਵੀ ਜਿਹੜੀ ਅੱਗ ਲੱਗੀ ਹੋਈ ਹੋਰ ਵੀ ਪ੍ਰਚੰਡ ਹੋ ਗਈ। ਅਗਨ ਬਰਤ ਜਨ ਪਾਏ ਆਹੂਤੀ ਜਿਵੇਂ ਕੋਈ ਅੱਗ ਦੇ ਵਿੱਚ ਕੋਈ ਆਹੂਤੀ ਪਾ ਦੇਵੇ ਭਾਂਬੜ ਬਲਦਾ ਹੈ। ਭਗਤ ਜੀ ਇਹਦੇ ਜਿਹੜੇ ਬਚਨ ਸਨ ਘਿਓ ਵਾਂਗੂ ਪਏ ਤੇ ਅੰਦਰ ਨੂੰ ਹੋਰ ਵੀ ਭਾਂਬੜ ਲੱਗਾ। ਕੰਪਤ ਦੇ ਲਾਲ ਅਤ ਨੈਣਾ ਇਹ ਗੁੱਸੇ ਵਿੱਚ ਕੰਬਣ ਲੱਗੀ ਅੱਖਾਂ ਲਾਲ ਹੋ ਗਈਆਂ। ਕਾਟਤ ਅਧਰਨ ਚਿਤ ਨੈ ਚੈਨਾ ਔਰ ਦੰਦਾਂ ਨਾਲ ਆਪਣੇ ਬੁੱਲਾਂ ਨੂੰ ਕੱਟਣ ਲੱਗਾ ਕੋਈ ਚੈਨ ਨਾ ਆਇਆ। ਨਖ ਸ਼ਿਖ ਦਾਰੁਨ ਭੇਖ ਬਨਾਵਾ ਬੜਾ ਇਹਨੇ ਭਿਅੰਕਰ ਧਾਰਨ ਇਹਨੇ ਰੂਪ ਬਣਾ ਲਿਆ। ਨਾਸੇ ਨਿਕਸ ਧੂਮ ਨਭ ਛਾਵਾ ਵੱਡੀਆਂ ਵੱਡੀਆਂ ਦੂਰ ਤੱਕ ਜਿਹੜਾ ਇਹਦਾ ਮੂੰਹ ਇਹਦਾ ਵਿਕਰਾਲ ਰੂਪ ਉਤੇ
ਤੇ ਸਭਾ ਸਦ ਜੇ ਤੈ ਥਾਨਾ ਜਿੰਨੇ ਵੀ ਉਸ ਥਾਂ ਤੇ ਸਨ ਡਰ ਕਰ ਧਰ ਕੇ ਕਛ ਨ ਬਖਾਨਾ ਸਾਧ ਸੰਗਤ ਜੀਓ ਜਿਤਨੇ ਵੀ ਸਨ ਸਾਰੇ ਹੀ ਡਰ ਗਏ, ਕੋਈ ਵੀ ਕੁਝ ਵੀ ਆਪਣੀ ਰਸਨਾ ਤੋਂ ਨਾ ਬੋਲਿਆ। ਉਹਦਾ ਵਿਕਰਾਲ ਰੂਪ ਵੇਖ ਕਰਕੇ ਹਰਨਾਕਸ਼ ਦਾ ਇਹ ਵਿਕਰਾਲ ਰੂਪ ਉੱਥੇ ਸਾਰਿਆਂ ਨੇ ਭਰੀ ਸਭਾ ਦੇ ਅੰਦਰ ਸਾਧ ਸੰਗਤ ਜੀਓ ਵੇਖਿਆ ਹੈ। ਇੱਥੇ ਅਧਿਆਏ ਸੰਪੰਨ ਹੋਇਆ ਹੈ।